ਤੁਸੀਂ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ, ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ 9054584444 90544 ਸਬੀਟ ਮਹਿਲ ਦੇ ਸਹਿਯੋਗ ਨਾਲ ਅੱਜ ਦਾ ਪ੍ਰੋਗਰਾਮ ਸੁਣ ਰਹੇ ਹੋ। ਸਬੀਟ ਮਹਿਲ 680 ਐਕਸਟਰ ਤੇ 416 679 91 ਸਟੀਵਨ ਫਰਨੀਚਰ ਸਟਰੀਟ ਟਾਊਨ ਦੇ ਬਿਲਕੁਲ ਕੋਨੇ ਤੇ 905 790 0560 ਨਿਊ ਮਿਨੀ ਟੈਸਟ ਸੈਂਟਰ ਦੀਆਂ 16 ਲੋਕੇਸ਼ਨਾਂ ਨੇ ਅਕਰੋਸ ਕੈਨੇਡਾ 905 700 452 0111 ਟੀਮ ਦਸਾਂਝ ਅਤੇ ਸਕਾਈ ਇਮੀਗ੍ਰੇਸ਼ਨ ਤੇ ਰਾਮਪੁਰ ਦੇ ਸਹਿਯੋਗ ਦੇ ਨਾਲ ਪੇਸ਼ ਕਰਦੇ ਖਬਰਾਂ। ਦਸਾਂਝ ਸਾਹਿਬ ਜੀ ਨੂੰ ਗੁੱਡ ਮਾਰਨਿੰਗ। ਬਹੁਤ ਸ਼ੁਕਰੀਆ ਬਾਬੂ ਸਾਹਿਬ ਜੀ ਤੇ ਸਾਂਝਾ ਪੰਜਾਬ ਟੈਲੀਵਿਜ਼ਨ ਦੇ ਸਾਰੇ ਦਰਸ਼ਕਾਂ ਨੂੰ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ ਤੇ ਨਮਸਕਾਰ। ਤਾਂ ਦੋਸਤੋ, ਕਿਸਾਨ ਅੰਦੋਲਨ ਤਾਂ ਚੱਲੇ ਰਿਹਾ, ਨਾਲ ਨਾਲ ਹੋਰ ਖਬਰਾਂ ਵੀ ਨੇ। ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਸਕੀਏ। ਤੁਸੀਂ ਕਿਸੇ ਵੀ ਕਿਸਮ ਦੀ ਕੋਈ ਵੀ ਸਾਡੇ ਨਾਲ ਗੱਲ ਕਰਨੀ ਹੈ, ਤੁਹਾਡੇ ਮਨ 'ਚ ਕੋਈ ਖਿਆਲ ਆ ਰਿਹਾ, ਕੋਈ ਸਵਾਲ ਪੈਦਾ ਹੋ ਰਿਹਾ, ਤਾਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ 905 458 44 44 ਤੇ ਸਟੂਡੀਓ ਲਾਈਨ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕੁ ਸਾਡੇ ਕੋਲ ਸਮਝਦਾਰੀ ਹੈਗੀ ਉਹਦੇ ਮੁਤਾਬਕ ਜਵਾਬ ਦੇ ਸਕੀਏ। ਤੁਸੀਂ ਵੀ ਸਵਾਲ ਸੰਖੇਪ ਰੱਖਣਾ ਹੈ, ਖਿਆਲ ਰੱਖਣਾ ਹੈ ਕਿ ਕਿਸੇ ਵੀ ਵਿਅਕਤੀ ਖਾਸ ਦੇ ਵਿਰੁੱਧ ਕੋਈ ਏਦਾਂ ਦੀ ਭਾਸ਼ਾ ਅਸੀਂ ਨਹੀਂ ਵਰਤਣੀ ਜਿਹੜੀ ਕਿਸੇ ਨੂੰ ਡੈਮੇਜ ਕਰਦੀ ਹੋਵੇ, ਕਿਸੇ ਨੂੰ ਦੁੱਖ ਦਿੰਦੀ ਹੋਵੇ। ਹਾਂ, ਅਸੀਂ ਨੁਕਤਾਚੀਨੀ ਕਰ ਸਕਦੇ ਹਾਂ ਨੀਤੀਆਂ ਦੀ, ਕਿਸੇ ਨਿੱਜੀ ਤੌਰ ਤੇ ਕਿਸੇ ਵਿਅਕਤੀ ਦੀ ਕਿਰਦਾਰਕੁਸ਼ੀ ਕਰਨੀ ਸਾਂਝਾ ਪੰਜਾਬ ਦੇ ਕਿਸੇ ਵੀ ਰੂਪ ਦੇ ਵਿੱਚ ਉਹ ਸਾਡੇ ਖਾਤੇ 'ਚ ਨਹੀਂ ਹੈ। ਸੋ ਇਸ ਕਰਕੇ ਕਿਰਦਾਰਕੁਸ਼ੀ ਕਿਸੇ ਦੀ ਨਾ ਕਰੀਏ, ਸਾਰਿਆਂ ਨੂੰ ਇੱਜ਼ਤ ਦਈਏ, ਪਰ ਇੱਕ ਪਾਰਟੀ ਦੇ ਤੌਰ ਦੇ ਉੱਤੇ ਜਿਹੜੀ ਕੋਈ ਰਾਜਨੀਤਿਕ ਪਾਰਟੀ ਹੈ ਉਹਦੀਆਂ ਨੀਤੀਆਂ ਕੀ ਹੈ ਤੇ ਉਹਦੇ ਤੇ ਨੁਕਤਾਚੀਨੀ ਕਰਨ ਦਾ ਸਾਨੂੰ ਵੀ ਅਧਿਕਾਰ ਹੈ, ਤੁਹਾਨੂੰ ਵੀ ਅਧਿਕਾਰ ਹੈ। ਸੋ ਸੰਖੇਪ ਸਵਾਲ ਕਰੋ, ਸੰਖੇਪ ਆਪਣੀ ਚਰਚਾ ਦੇ ਵਿੱਚ ਸ਼ਾਮਲ ਹੋਵੋ। ਤੁਹਾਡਾ ਸਵਾਗਤ ਹੈ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਇੱਕ ਗੱਲ ਹਰ ਇੱਕ ਵਿਅਕਤੀ ਸੋਚਦਾ ਹਰ ਵੇਲੇ, ਚਾਹੇ ਮੈਂ ਹੋਵਾਂ ਕੋਈ ਹੋਰ ਹੋਵੇ, ਕਿਸਾਨ ਅੰਦੋਲਨ 3 ਮਹੀਨੇ ਤੋਂ ਵੱਧ ਦਾ ਸਮਾਂ ਦਿੱਲੀ ਬੈਠਿਆਂ ਨੂੰ ਹੋ ਗਿਆ। 4 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਅੰਦੋਲਨ ਬੜੀ ਜ਼ੋਰਾਂ ਸ਼ੋਰਾਂ ਨਾਲ ਚੱਲਿਆ, ਨਾਲ ਭਾਰਤ ਦੇ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਕਿਸਾਨ ਅੰਦੋਲਨ ਬਹੁਤ ਜ਼ੋਰਾਂ 'ਤੇ ਆ। ਇੱਕ ਪਾਸੇ ਸਰਕਾਰ ਨਹੀਂ ਮੰਨ ਰਹੀ ਬਿੱਲ ਵਾਪਸ ਲੈਣ ਨੂੰ, ਦੂਜੇ ਪਾਸੇ ਕਿਸਾਨ ਕਹਿੰਦੇ ਨੇ ਕਿ ਤਿੰਨੇ ਹੀ ਬਿੱਲ ਅਸੀਂ ਰੱਦ ਕਰਾ ਕੇ ਜਾਵਾਂਗੇ, ਉੱਦਾਂ ਨਹੀਂ ਅਸੀਂ ਜਾਵਾਂਗੇ। ਹੁਣ ਤੁਸੀਂ ਕੀ ਸੋਚਦੇ ਹੋ, ਜੇ ਇੱਦਾਂ ਹੀ ਰਿਹਾ ਤਾਂ ਫਿਰ ਕਿੰਨਾ ਲੰਮਾ ਸਮਾਂ ਇਹ ਜਿਹੜਾ ਅੰਦੋਲਨ ਜਾ ਸਕਦਾ ਹੈ? ਅੰਦੋਲਨ ਲੰਬਾ ਚੱਲੇਗਾ, ਇਹ ਬਿਲਕੁਲ ਦਿਖਾਈ ਦੇ ਰਿਹਾ ਅੰਦੋਲਨ ਲੰਬਾ ਚੱਲੇਗਾ। ਮੈਂ ਥੋੜੀ ਡਿਟੇਲ 'ਚ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਤੇ ਕੁਝ ਹੋਰ ਗੱਲਬਾਤ ਵੀ ਆਪਾਂ ਕਰਾਂਗੇ, ਸਵਾਲਾਂ ਦੇ ਜਿਹੜੇ ਜਵਾਬ ਹੋਣਗੇ ਉਹਦੇ 'ਚ ਗੱਲ ਸਾਰੀ ਆ ਜਾਏਗੀ। ਕੁਝ ਡਿਟੇਲਸ ਵੀ ਦੇਣੀਆਂ ਚਾਹੁੰਦਾ ਹੈ ਕਿ ਕਿਸਾਨ ਅੰਦੋਲਨ ਜਿਹੜਾ ਆ ਹੁਣ ਅੱਗੇ ਕਿਵੇਂ ਜਾਰੀ ਰਹੇਗਾ। ਪਰ ਜਿਹੜਾ ਤੁਹਾਡਾ ਸਵਾਲ ਹੈ ਉਹਦੇ 'ਚ ਪਹਿਲਾਂ ਰਾਕੇਸ਼ ਟਕੈਤ ਦਾ ਜਿਹੜਾ ਹੁਣ ਬਿਆਨ ਆਇਆ ਬਿਲਕੁਲ ਤਾਜ਼ਾ ਤਰੀਨ, ਉਹਦੇ ਤੋਂ ਗੱਲ ਆਪਾਂ ਸ਼ੁਰੂ ਕਰ ਲੈਂਦੇ ਹਾਂ। ਹੋਇਆ ਇਹ ਹੈ ਜਿਹੜਾ ਤੁਸੀਂ ਪੁੱਛ ਰਹੇ ਹੋ ਵੀ ਕੱਲ ਐਤਵਾਰ ਵਾਲੇ ਦਿਨ ਨਰਿੰਦਰ ਤੋਮਰ ਜਿਹੜਾ ਆ ਖੇਤੀ ਮੰਤਰੀ ਦੇਸ਼ ਦਾ, ਉਹਨੇ ਇੱਕ ਟਿੱਪਣੀ ਕੀਤੀ। ਉਹਨੇ ਕਿਹਾ ਵੀ ਭੀੜਾਂ ਇਕੱਠੀਆਂ ਹੋਣ ਦੇ ਨਾਲ ਕਾਨੂੰਨ ਨਹੀਂ ਰੱਦ ਹੋਇਆ ਕਰਦੇ। ਇਹ ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਹੈ, ਕਿਤੇ ਵੀ ਸੁਣਿਆ ਜਾ ਸਕਦਾ ਹੈ, ਦੁਨੀਆ ਭਰ ਦੀਆਂ ਵੈਬਸਾਈਟਸ ਦੇ ਉੱਤੇ ਚੱਲ ਰਿਹਾ। ਇਹਦੇ ਤੇ ਬਕਾਇਦਾ ਰਾਕੇਸ਼ ਟਕੈਤ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਸਪੋਕਸਪਰਸਨ ਹੈ, ਉਹਨਾਂ ਨੇ ਅੱਜ ਇੱਕ ਕਿਸਾਨ ਮਹਾਪੰਚਾਇਤ ਹੋਈ ਆ ਹਰਿਆਣੇ ਦੇ ਵਿੱਚ, ਸੋਨੀਪਤ ਜ਼ਿਲ੍ਹੇ 'ਚ ਖਰਖੋੜਾ ਪਿੰਡ ਦੇ ਵਿੱਚ, ਉੱਥੇ ਬੋਲਦਿਆਂ ਗੱਲ ਕਹੀ। ਉਹਨਾਂ ਨੇ ਕੀ ਕਿਹਾ ਵੀ ਭਾਈ ਜੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਹਕੂਮਤ ਨੂੰ ਸੱਤਾ 'ਚ ਰਹਿਣਾ ਔਖਾ ਹੋ ਜੂ ਸਰਕਾਰ ਨੂੰ। ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਸੀ ਵੀ ਸਰਕਾਰ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ। 12 ਗੇੜ ਦੀ ਗੱਲਬਾਤ ਹੋਈ ਵੀ ਹੈ, ਸਿਰਫ ਭੀੜਾਂ ਇਕੱਠੀਆਂ ਕਰ ਲਓ ਤੇ ਕਾਨੂੰਨ ਰੱਦ ਹੋ ਜਾਣਗੇ, ਇਹ ਨਹੀਂ ਹੋਣਾ। ਇਹਦੇ ਤੇ ਰਾਕੇਸ਼ ਟਕੈਤ ਨੇ ਜਵਾਬੀ ਹਮਲਾ ਕੀਤਾ ਹੈ, ਕਹਿ ਕੇ ਕਿ ਉਹਨਾਂ ਨੇ ਇਹ ਲਫ਼ਜ਼ ਵੀ ਵਰਤੇ ਕਿ ਸਾਡੇ ਖੇਤੀਬਾੜੀ ਮੰਤਰੀ ਦਾ ਦਿਮਾਗ ਖਰਾਬ ਹੋ ਗਿਆ, ਉਹਨੂੰ ਇਹ ਨਹੀਂ ਪਤਾ ਜਦੋਂ ਭੀੜਾਂ ਇਕੱਠੀਆਂ ਹੁੰਦੀਆਂ ਤਾਂ ਸਰਕਾਰਾਂ ਬਦਲ ਜਾਂਦੀਆਂ ਤੇ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਜੇ ਕਿਸਾਨ ਆਪਣੀਆਂ ਫਸਲਾਂ ਤਬਾਹ ਕਰ ਸਕਦੇ, ਆਪਣੇ ਫਸਲ ਦਾ ਨੁਕਸਾਨ ਕਰ ਸਕਦੇ ਹੈ,
ਤਾਂ ਸਰਕਾਰਾਂ ਉਹਦੇ ਸਾਹਮਣੇ ਕੀ ਚੀਜ਼ ਹੈ। ਹੁਣ ਰਾਕੇਸ਼ ਟਕੈਤ ਦਾ ਇਹ ਬਿਆਨ ਇਹ ਦੱਸਦਾ ਹੈ ਕਿ ਕਿਸਾਨ ਅੰਦੋਲਨ ਜਿਹੜਾ ਆ ਉਹ ਲੰਮਾ ਚੱਲੇਗਾ। ਇਸ ਤੋਂ ਬਿਨਾਂ ਹੋਰ ਕੀ ਕਿਹੜੀਆਂ ਗੱਲਾਂ ਦੱਸਦੀਆਂ ਨੇ ਕਿ ਇਹ ਅੰਦੋਲਨ ਲੰਮਾ ਚੱਲੇਗਾ? ਤਾਂ ਉਹ ਇਹ ਹੈ ਕਿ 23 ਤੋਂ ਲੈ ਕੇ 27 ਫਰਵਰੀ ਤੱਕ ਨਵੇਂ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਨੇ, ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਤੇ। ਅੱਜ 90 ਦਿਨ ਲਗਭਗ ਹੋ ਗਏ ਕਿਸਾਨ ਜਿਹੜੇ ਵੱਖ-ਵੱਖ ਬਾਰਡਰਸ ਤੇ ਬੈਠੇ ਹੈ। ਪੰਜਾਬ ਵਾਲਿਆਂ ਨੂੰ ਤਾਂ 8 ਮਹੀਨੇ ਹੋ ਗਏ। ਤੇ ਨਵੀਂ ਰਣਨੀਤੀ, ਨਵੇਂ ਦਾਅ ਪੇਚ ਕੀ ਹੈ? ਨਵੇਂ ਦਾਅ ਪੇਚ ਇਹ ਹੈ ਕਿ ਹਰ ਦਿਨ ਜਿਹੜਾ ਆ ਉਹਨੂੰ ਇੱਕ ਵਿਸ਼ੇਸ਼ ਦਿਨ ਦੇ ਤੌਰ ਤੇ ਮਨਾਉਣ ਦੀ ਰਣਨੀਤੀ ਇੱਕ ਹਫ਼ਤੇ ਵਾਸਤੇ ਲਗਭਗ ਹੈਗੀ ਹੈ। ਪਹਿਲਾਂ 23 ਮਾਰਚ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਅਜੀਤ ਸਿੰਘ ਹੋਰਾਂ ਦਾ ਜਿਹੜਾ ਪਗੜੀ ਸੰਭਾਲ ਜੱਟਾ ਲਹਿਰ ਸੀ ਉਹ ਦਿਨ ਮਨਾਇਆ ਜਾਣਾ, ਇਹ ਕਹਿ ਕੇ ਕਿ ਇਹ 23 ਮਾਰਚ ਦਾ ਦਿਨ ਅਸੀਂ ਬਣਾਵਾਂਗੇ ਪਗੜੀ ਸੰਭਾਲ ਦਿਨ। ਇਹ ਸਰਕਾਰ ਦਾ ਜਿਹੜਾ ਰਵੱਈਆ ਆ, ਜਿਹੜਾ ਜ਼ਬਰ ਸਰਕਾਰ ਕਰ ਰਹੀ ਹੈ, ਉਹਦੇ ਖਿਲਾਫ 24 ਤਰੀਕ ਜ਼ਬਰ ਵਿਰੋਧੀ ਦਿਨ 24। ਫਿਰ ਅਗਲਾ ਦਿਨ ਮਨਾਉਣਾ 25 ਨੂੰ ਨੌਜਵਾਨ ਕਿਸਾਨ ਦਿਨ। ਨੌਜਵਾਨਾਂ ਦਾ ਜਿਹੜੇ ਨੌਜਵਾਨ ਕਿਸਾਨ ਉਹਨਾਂ ਦਾ ਦਿਨ ਮਨਾਉਣਾ ਹੈ। ਤੇ ਉਸ ਦਿਨ ਸਟੇਜ ਜਿਹੜੀ ਹੈ ਉਹ ਸਾਰਾ ਦਿਨ ਨੌਜਵਾਨਾਂ ਨੂੰ ਹੀ ਦੇਣੀ ਹੈ। ਜਿਹੜੀ ਮੁੱਖ ਸਟੇਜ ਹੈ ਸੰਯੁਕਤ ਕਿਸਾਨ ਮੋਰਚੇ ਦੀ, ਉੱਥੇ ਨੌਜਵਾਨ ਹੀ ਰਹਿਣਗੇ। ਜਿਹੜੀ ਗੱਲ ਬਾਰ-ਬਾਰ ਧਮਾਈ ਜਾ ਰਹੀ ਹੈ ਵੀ ਲਓ ਜੀ ਨੌਜਵਾਨ ਇਸ ਮੋਰਚੇ 'ਚ ਹੈ ਨਹੀਂ, ਅੱਧੋਂ ਵੱਧ ਗਿਣਤੀ ਤੇ ਨੌਜਵਾਨਾਂ ਦੀ ਹੈ। ਤੇ ਇਹ ਦੱਸਣ ਵਾਸਤੇ ਕਿ ਨੌਜਵਾਨ ਹੀ, ਇਹ ਠੀਕ ਆ ਬਜ਼ੁਰਗ ਲੀਡਰ ਅੱਗੇ ਨੇ, ਪਰ ਨੌਜਵਾਨ ਹੀ ਇਸ ਮੋਰਚੇ ਦੀ ਤਾਕਤ ਹੈ। ਦੱਸਣ ਲਈ ਨੌਜਵਾਨਾਂ ਨੂੰ ਪੂਰਾ ਦਿਨ 25 ਨੂੰ ਸਾਰੀ ਸਟੇਜ ਉਹਨਾਂ ਦੇ ਹਵਾਲੇ। ਫਿਰ ਅਗਲਾ ਪ੍ਰੋਗਰਾਮ ਹੋਏਗਾ ਮਜ਼ਦੂਰ ਕਿਸਾਨ ਏਕਤਾ ਦਿਵਸ। ਜਿਹੜੀ ਇਹ ਗੱਲ ਕਹਿੰਦੇ ਆ ਵੀ ਇਕੱਲੇ ਕਿਸਾਨ ਨੇ ਜੀ, ਇਹਦੇ ਚ ਮਜ਼ਦੂਰ ਹੈ ਨਹੀਂ। ਇਹ ਤਾਂ ਕੱਲ ਦਾ ਜਿਹੜਾ ਬਕਾਇਦਾ ਬਰਨਾਲੇ ਚ ਇਕੱਠ ਹੋਇਆ 2.5 ਲੱਖ ਦੇ ਨੇੜੇ ਤੇੜੇ, ਉਹਦੇ ਚ ਅੱਧੀ ਗਿਣਤੀ ਮਜ਼ਦੂਰਾਂ ਦੀ ਸੀ। ਤੇ ਜਿਹੜਾ 27 ਤਰੀਕ ਨੂੰ ਦਿਨ ਮਨਾਉਣਾ ਮਜ਼ਦੂਰ ਕਿਸਾਨ ਏਕਤਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ। ਸੋ ਇਹਦੇ ਨਾਲ ਨਾਲ ਜਿਹੜਾ ਇੱਕ ਬਿਲਕੁਲ ਤਾਜ਼ਾ ਤਰੀਨ ਖਬਰ ਆ ਗਈ ਹੈ ਵੀ ਦੁਨੀਆ ਭਰ ਨੂੰ ਦੱਸਣਾ ਹੈ ਵੀ ਇਸ ਅੰਦੋਲਨ ਦੀਆਂ ਜੜ੍ਹਾਂ 'ਚ ਕੀ ਪਿਆ, ਕਿਉਂ ਇਹ ਕਿਸਾਨ ਅੰਦੋਲਨ ਕਰ ਰਹੇ ਹੈ। ਇਸ ਕਰਕੇ 26 ਫਰਵਰੀ ਨੂੰ ਗਲੋਬਲ ਲਾਈਵ ਵੈਬੀਨਾਰ ਹੋ ਰਿਹਾ। ਇਹ ਸਵੇਰੇ ਸ਼ੁੱਕਰਵਾਰ ਸਵੇਰੇ 9 ਵਜੇ ਸ਼ੁਰੂ ਹੋ ਜਾਣਾ, ਦੁਪਹਿਰੇ 2 ਵਜੇ ਤੱਕ ਚੱਲਣਾ। ਦੁਨੀਆ ਭਰ ਦੇ ਲੋਕ ਇਹਦੇ ਸ਼ਾਮਲ ਹੋਣਗੇ। ਤਿੰਨੇ ਖੇਤੀ ਕਾਨੂੰਨਾਂ ਤੇ ਕਿਸਾਨ ਜਿਹੜੇ ਇੱਥੇ ਚਰਚਾ ਕਰਨਗੇ। ਕਿਸਾਨ ਏਕਤਾ ਮੋਰਚਾ ਦਾ ਜਿਹੜਾ ਟਵਿੱਟਰ ਹੈਂਡਲ ਹੈ ਉੱਤੇ ਪ੍ਰੋਗਰਾਮ ਦੀ ਪੂਰੀ ਜਾਣਕਾਰੀ ਸ਼ੇਅਰ ਕੀਤੀ ਗਈ ਹੈ। ਵੈਬੀਨਾਰ ਵਾਸਤੇ ਦੁਨੀਆ ਭਰ ਚ ਕੈਲੀਫੋਰਨੀਆ, ਨਿਊਯਾਰਕ, ਮੈਲਬਰਨ, ਟੋਰਾਂਟੋ, ਬਰਤਾਨੀਆ, ਕਿੱਥੇ ਕਿਹੜੇ ਵੇਲੇ ਉਹ ਚੱਲੇਗਾ, ਯਾਨੀ ਉਹ ਟਾਈਮ ਉੱਥੇ ਕੀ ਹੋਏਗਾ, ਇਹਦਾ ਟਾਈਮ ਵੀ ਸ਼ੇਅਰ ਕਰ ਦਿੱਤਾ ਗਿਆ ਹੈ। ਇਹਦੇ ਚ ਤੁਸੀਂ ਅਸੀਂ ਸਾਰੇ ਤੇ ਸਾਡੇ ਤੋਂ ਬਿਨਾਂ ਕੋਈ ਵੀ ਆਮ ਬੰਦਾ ਜਿਹੜਾ ਆ ਇਹਦੇ ਚ ਸਵਾਲ ਪੁੱਛ ਸਕਦਾ ਹੈ। ਰਜਿਸਟ੍ਰੇਸ਼ਨ ਵਾਸਤੇ ਜਿਹੜਾ ਲਿੰਕ ਵੀ ਉਹਨਾਂ ਨੇ ਕਿਸਾਨ ਏਕਤਾ ਮੋਰਚੇ ਦੇ ਟਵਿੱਟਰ ਹੈਂਡਲ ਉੱਤੇ ਜਾਰੀ ਕਰ ਦਿੱਤਾ ਹੈ। ਇਹ ਆਪਣੇ ਆਪ ਚ ਦੱਸਦਾ ਹੈ ਕਿ ਇਸ ਅੰਦੋਲਨ ਨੂੰ ਆਰਗੇਨਾਈਜ਼ ਕਰਨ ਵਾਲੇ ਜਿਹੜੇ ਲੋਕ ਹੈ ਉਹ ਕਿੰਨੀ ਸਿਆਣਪ ਦੇ ਨਾਲ ਚੱਲਦੇ ਨੇ। ਦੂਜੀ ਗੱਲ ਜਿਹੜੀ ਸਭ ਤੋਂ ਜ਼ਿਆਦਾ ਇਸ ਅੰਦੋਲਨ ਦਾ ਜਿਹੜਾ ਕੇਂਦਰੀ ਨੁਕਤਾ ਹੈ ਵੀ ਇਹ ਅੰਦੋਲਨ ਸ਼ਾਂਤਮਈ ਰਹਿਣਾ ਚਾਹੀਦਾ ਹੈ। ਇਹ ਗੱਲ ਬਾਰ-ਬਾਰ ਕਿਸਾਨਾਂ ਦੀ ਲੀਡਰਸ਼ਿਪ ਕਹਿ ਰਹੀ ਹੈ। 26 ਜਨਵਰੀ ਦੀ ਘਟਨਾ ਤੋਂ ਬਾਅਦ ਨਹੀਂ ਕਹਿ ਰਹੀ, 26 ਜਨਵਰੀ ਦੀ ਘਟਨਾ ਤੋਂ ਪਹਿਲਾਂ ਵੀ ਜੇ ਪੁਰਾਣੇ ਤੁਸੀਂ ਭਾਸ਼ਣ ਸੁਣੋ ਬਲਵੀਰ ਸਿੰਘ ਰਾਜੇਵਾਲ ਦੇ, ਬਾਕੀ ਕਿਸਾਨਾਂ ਦੇ, ਉਹਨਾਂ ਨੇ ਬਾਰ-ਬਾਰ ਇਸ ਗੱਲ ਤੇ ਜ਼ੋਰ ਦਿੱਤਾ ਵੀ ਅਸੀਂ ਇੱਥੇ ਕੋਈ ਬਗਾਵਤ ਨਹੀਂ ਕਰਨਾ ਹੈ। ਅਸੀਂ ਕੋਈ ਏਦਾਂ ਨਹੀਂ ਵੀ ਅਸੀਂ ਲਾਲ ਕਿਲੇ ਦੇ ਉੱਤੇ ਜਾ ਕੇ ਕਬਜ਼ਾ ਕਰਨਾ ਜਾਂ ਪਾਰਲੀਮੈਂਟ ਤੇ ਕਬਜ਼ਾ ਕਰਨਾ। ਅਸੀਂ 3 ਖੇਤੀ ਕਾਨੂੰਨ ਰੱਦ ਕਰਾਉਣ ਆਏ ਆ ਤੇ ਰੱਦ ਕਰਾ ਕੇ ਜਾਵਾਂਗੇ। ਇਹ ਗੱਲ ਕੱਲ ਵੀ ਬਕਾਇਦਾ ਜਿਹੜੀ ਆ ਬਰਨਾਲੇ ਦੀ ਮਹਾ ਰੈਲੀ ਚ ਕਹੀ ਗਈ ਵੀ ਅਸੀਂ ਤੁਹਾਨੂੰ ਲੈ ਕੇ ਗਏ ਆ, ਕਿਸਾਨਾਂ ਨੂੰ, ਨੌਜਵਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਤੁਹਾਨੂੰ ਮਰਵਾਉਣ ਲਈ ਲੈ ਕੇ ਗਏ, ਤੁਹਾਨੂੰ ਬਚਾਉਣ ਲਈ ਲੈ ਕੇ ਗਏ ਆ। ਤੇ ਬਚਾਏ ਤਾਂ ਹੀ ਜਾ ਸਕਦੇ ਹੋ ਤੁਸੀਂ ਜੇ ਇਹ ਸਾਡਾ ਅੰਦੋਲਨ ਸ਼ਾਂਤ ਨਹੀਂ ਰਹੇਗਾ। ਸੋ ਬੜੀਆਂ ਚੀਜ਼ਾਂ ਸਪਸ਼ਟ ਹੋ ਰਹੀਆਂ। ਇਹਨਾਂ ਸਾਰੀਆਂ ਸਥਿਤੀਆਂ ਦੇ ਚੱਲਦਿਆਂ ਦੇਖਣਾ ਪਏਗਾ ਕਿ ਆਉਣ ਵਾਲੇ ਦਿਨ ਕਿੱਦਾਂ ਦੇ। ਜੀ ਹਾਂ, ਪ੍ਰੋਗਰਾਮ ਸਾਂਝਾ ਪੰਜਾਬ ਵਿੱਚ ਤੁਸੀਂ ਸਾਂਝ ਪਾਉਣੀ ਚਾਹੁੰਦੇ ਹੋ 9054584444 905 458 4444 9054584444 ਤੇ ਤੁਹਾਡੀ ਕਾਲ ਆ ਸਕਦੀ ਹੈ। ਕਿਸਾਨ ਸਾਹਿਬ, ਕਿਤੇ ਕਿਸਾਨ ਅੰਦੋਲਨ ਦੇ ਵਿੱਚ ਭਾਜਪਾ ਵਰਕਰਾਂ ਦੇ ਨਾਲ ਕਿਤੇ ਝੜਪਾਂ ਵੀ ਹੋਈਆਂ ਨੇ? ਦੇਖੋ, ਜਿਹੜਾ ਮੈਂ ਕਹਿ ਰਿਹਾ ਕਿ ਅਸਲ 'ਚ ਜਦੋਂ ਬਾਰ-ਬਾਰ ਇਹ ਗੱਲ ਕਹੀ ਜਾਂਦੀ ਆ ਵੀ ਨਹੀਂ ਜੀ ਇਹ ਤਾਂ ਜੀ
ਪੰਜਾਬ ਦਾ ਇਹ ਅੰਦੋਲਨ ਹੈ ਜੀ, ਜਾਂ ਇਹ ਸਿੱਖਾਂ ਦਾ ਅੰਦੋਲਨ ਹੈ, ਇਹ ਸਾਰੀਆਂ ਚੀਜ਼ਾਂ ਨਾਕਾਮ ਕੀਤੀਆਂ ਇਸ ਅੰਦੋਲਨ ਨੇ। ਜਦੋਂ ਹਰਿਆਣਾ ਨਾਲ ਜੁੜਿਆ, ਰਾਜਸਥਾਨ ਜੁੜਿਆ, ਸਾਰੇ ਦੇਸ਼ 'ਚ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਦਰਸ਼ਨ ਹੋਏ। ਰੇਲ ਚੱਕਾ ਜਾਮ ਜਿਹੜਾ ਸੀਗਾ ਉਹ ਸਾਰੇ ਦੇਸ਼ 'ਚ ਬੜਾ ਸਫਲ ਹੋਇਆ। ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਉਹ ਕੁਝ ਹੋਣ ਲੱਗ ਪਿਆ ਜੋ ਕੁਝ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀ। ਪ੍ਰਯਾਸ ਕੀ ਚੱਲ ਰਿਹਾ ਸੀ? ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਦਾ ਇੱਕ ਕਿਸਮ ਦਾ ਸੋਸ਼ਲ ਬਾਈਕਾਟ ਚੱਲਿਆ। ਹਾਲੇ ਵੀ ਪੰਜਾਬ 'ਚ ਕੋਈ ਬੀਜੇਪੀ ਦਾ ਲੀਡਰ ਜਿਹੜਾ ਆ ਨਾ, ਕੋਈ ਪਿੰਡ 'ਚ ਨਹੀਂ ਵੜ ਸਕਦਾ, ਕੋਈ ਵਾਰਡ 'ਚ ਨਹੀਂ ਵੜ ਸਕਦਾ। ਲੋਕ ਨਾਲ ਦੀ ਨਾਲ ਉਹਦਾ ਘਰਾਓ ਕਰ ਦਿੰਦੇ ਆ ਤੇ ਉਹਦੇ ਨਤੀਜੇ ਆਪਾਂ ਦੇਖ ਲਏ ਆ ਲੋਕਲ ਬਾਡੀ ਇਲੈਕਸ਼ਨ 'ਚ। ਉਹੀ ਕੁਝ ਹੁਣ ਪੱਛਮੀ ਉੱਤਰ ਪ੍ਰਦੇਸ਼ ਖਾਸ ਤੌਰ ਤੇ ਸ਼ੁਰੂ ਹੋ ਗਿਆ। ਹੁਣ ਜਿਹੜੀਆਂ ਖਬਰਾਂ ਆ ਰਹੀਆਂ, ਜਿਹੜਾ ਮੁਜ਼ੱਫਰਨਗਰ ਏਰੀਆ ਹੈ ਜਿੱਥੇ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਵੀ ਹੋਈ ਸੀ, ਮੁਜ਼ੱਫਰਨਗਰ ਏਰੀਏ 'ਚ ਬੀਜੇਪੀ ਦੇ ਜਿਹੜੇ ਵਰਕਰ ਤੇ ਉੱਥੇ ਕਿਸਾਨ ਜਿਹੜੇ ਆ ਉਹਨਾਂ 'ਚ ਇੱਕ ਹਿੰਸਕ ਟਕਰਾਅ ਹੋਇਆ। ਉਹ ਕਿਉਂ ਹੋਇਆ? ਜਿਹੜੇ ਸਾਡੇ ਪ੍ਰਧਾਨ ਮੰਤਰੀ ਜਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰ-ਬਾਰ ਕਹਿੰਦੇ ਆ, ਜਾਂ ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਹਿੰਦੇ ਆ, ਲੋ ਜੀ ਇਹ ਤਾਂ ਐਵੇਂ ਗੱਲ ਹੈ ਜੀ, ਇਹ ਬਸ ਪਹਿਲਾਂ ਮੰਨਦੇ ਨਹੀਂ ਸੀ, ਪਹਿਲਾਂ ਪੰਜਾਬ ਦਾ ਵੀ ਨਹੀਂ ਸੀ ਮੰਨਦੇ, ਉਹਨੂੰ ਸਿੱਖਾਂ ਦਾ ਅੰਦੋਲਨ ਬਣਾਉਂਦੇ ਸੀ ਤੇ ਪੰਜਾਬ ਦਾ ਮੰਨ ਲਿਆ, ਫਿਰ ਹਰਿਆਣੇ ਦਾ ਵੀ ਮੰਨ ਲਿਆ, ਇਹ ਵੀ ਮੰਨ ਲਿਆ ਵੀ ਰਾਜਸਥਾਨ ਵੀ ਇਹਦੇ ਸ਼ਾਮਲ ਹੋ ਗਿਆ। ਤੇ ਕਹਿੰਦੇ ਨਹੀਂ ਇਹ ਯੂਪੀ ਵਾਲੀ ਗੱਲ ਐਵੇਂ ਆ, ਰਕੇਸ਼ ਟਕੈਤ ਨੇ ਜੋ ਕਰਨਾ ਸੀ ਕਰ ਲਿਆ, ਅਥਰੂ ਆਪਣੇ ਬਹਾਰ ਤੇ, ਇਹਦਾ ਕੋਈ ਅਸਰ ਨਹੀਂ ਪੈਂਦਾ, ਵੀ ਅਸੀਂ ਜਾਵਾਂਗੇ ਉਹ ਯੂਪੀ ਦੇ ਵਿੱਚ ਲੋਕਾਂ ਨੂੰ ਸਮਝਾਵਾਂਗੇ। ਸਮਝਾਉਣਗੇ ਉੱਥੇ ਮੁਜ਼ੱਫਰਨਗਰ ਚ ਬੀਜੇਪੀ ਵਾਲੇ ਮੰਤਰੀ ਗਿਆ ਸੰਜੀਵ ਬਾਲੀਆਨ, ਉਹ ਗਿਆ, ਲੋਕਾਂ ਨੇ ਘੇਰ ਲਏ ਤੇ ਉੱਥੇ ਜਿਹੜੇ ਆਪਣੇ ਨਾਲ ਇਹ ਲੋਕ ਲੈ ਕੇ ਗਏ ਸੀ ਉੱਥੇ ਟਕਰਾਅ ਹੋਇਆ। ਉੱਥੇ ਰਾਸ਼ਟਰੀ ਲੋਕ ਦਲ ਦੇ ਜਿਹੜੇ ਵੱਡੇ ਲੀਡਰ ਨੇ ਜਯੰਤ ਚੌਧਰੀ, ਉਹਨਾਂ ਨੇ ਉਹ ਸਾਰੇ ਟਕਰਾਅ ਦੀਆਂ ਜਿਹੜੀਆਂ ਕੁਝ ਫੋਟੋਆਂ ਵਗੈਰਾ ਵੀ ਸ਼ੇਅਰ ਕੀਤੀਆਂ ਤੇ ਗੱਲ ਕਹੀ ਹੈ ਵੀ ਕਿਸਾਨਾਂ ਨੂੰ ਕਈਆਂ ਨੂੰ ਸੱਟ ਲੱਗੀ ਹੈ ਕਿਉਂਕਿ ਇੱਕ ਕਿਸਮ ਦਾ ਹਮਲਾ ਕਿਸਾਨਾਂ ਤੇ ਕਰਵਾਇਆ ਗਿਆ। ਤੇ ਨਾਲ ਇਹ ਵੀ ਗੱਲ ਆਈ ਕਿ ਕਿਸਾਨ ਜਿਹੜੇ ਆ ਉਹਨਾਂ ਦੀ ਗੱਲ ਨਾ ਕਰੇ ਸਰਕਾਰ, ਪਰ ਕਿਸਾਨਾਂ ਦੀ ਇੱਜ਼ਤ ਤਾਂ ਕਰੇ। ਜਿਹਦਾ ਪੈਦਾ ਕੀਤਾ ਅੰਨ ਖਾਂਦੇ ਆ ਲੋਕ। ਨਾਲ ਇਲਜ਼ਾਮ ਇਹ ਹੈ ਕਿ ਉਧਰ ਮੁਜ਼ੱਫਰਨਗਰ ਦਾ ਇੱਕ ਸ਼ੋਰੂਮ ਪਿੰਡ ਹੈ, ਉੱਥੇ ਜਿਹੜਾ ਮੰਤਰੀ ਹੈ ਕੇਂਦਰੀ ਮੰਤਰੀ ਸੰਜੀਵ ਬਾਲੀਆਨ ਗਿਆ, ਉਹਦੇ ਹਮਾਇਤੀ ਨਾਲ ਸੀ ਤੇ ਉੱਥੇ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ। ਵਿਰੋਧ ਕਰਦਾ ਇੱਕ ਅਧਿਕਾਰ ਹੈ, ਕੋਈ ਉਹ ਵਾਇਲੈਂਸ ਤਾਂ ਹੋਈ ਨਹੀਂ, ਕੋਈ ਏਦਾਂ ਦੀ ਕੋਈ ਹਿੰਸਾ ਨਹੀਂ ਕੀਤੀ, ਪਰ ਜਿਹੜੇ ਨਾਲ ਬੀਜੇਪੀ ਦੇ ਲੋਕ ਸੀ, ਨਾਲ ਕੁਝ ਗੁੰਡਾ ਫੋਰਸ ਉਹ ਲੈ ਕੇ ਜਾਂਦੇ ਆ, ਉਹਨਾਂ ਨੇ ਇੱਕ ਕਿਸਮ ਦਾ ਹਮਲਾ ਕੀਤਾ ਕਿਸਾਨਾਂ ਤੇ, ਮਾਰ ਕੁਟਾਈ ਹੋਈ, ਪੱਥਰਬਾਜ਼ੀ ਦੋਨੋਂ ਪਾਸਿਆਂ ਤੋਂ ਹੋਈ ਹੈ। ਤੇ ਉਹ ਕੋਸ਼ਿਸ਼ ਸੀ ਉਹਨਾਂ ਦੀ ਕਿ ਆਪਣੀ ਗੱਲ ਰੱਖਣ, ਪਰ ਉਹਨਾਂ ਦੀ ਗੱਲ ਜਿਹੜੀ ਕਿਸੇ ਨੇ ਸੁਣੀ ਨਹੀਂ ਹੈ। ਹੁਣ ਥਾਣਾ ਘੇਰਿਆ ਹੋਇਆ ਉੱਥੇ, ਜਿਹੜੀ ਹੁਣ ਬਿਲਕੁਲ ਤਾਜ਼ੀ ਜਾਣਕਾਰੀ ਹੈ ਵੀ ਬਕਾਇਦਾ ਲੋਕਾਂ ਨੇ ਉਹ ਥਾਣਾ ਘੇਰ ਲਿਆ, ਸ਼ਾਹਪੁਰ ਥਾਣਾ ਆ ਉਸ ਏਰੀਏ ਦੇ ਵਿੱਚ, ਤੇ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਆਏ ਇੱਥੇ ਕਿਸਾਨਾਂ ਤੇ ਹਮਲਾ ਕੀਤਾ, ਮੰਤਰੀ ਦੇ ਨਾਲ ਆਏ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ। ਸੋ ਪੱਛਮੀ ਯੂਪੀ ਦੇ ਵਿੱਚ ਜਿੱਥੇ ਵੀ ਉਹ ਗਏ ਨੇ, ਜਿਹੜੀ ਰਿਐਲਿਟੀ ਹੈ, ਜਿੱਥੇ ਵੀ ਗਏ, 3 ਥਾਵਾਂ ਤੇ ਕੱਲ ਉਹਨਾਂ ਦਾ ਪ੍ਰੋਗਰਾਮ ਸੀ, ਮੰਨ ਲਓ 3 ਥਾਵਾਂ ਤੇ ਇਹ ਮੰਤਰੀ ਨੇ ਜਾਣਾ ਸੀ, 2 ਤੇ ਤਾਂ ਗਿਆ ਹੀ ਨਹੀਂ ਜੀ। ਜਦ ਪਤਾ ਲੱਗ ਗਿਆ ਵੀ ਸਾਨੂੰ ਵੜ ਨਹੀਂ ਦੇਣਾ ਪਿੰਡਾਂ ਦੇ ਵਿੱਚ, ਇੱਕ ਥਾਂ ਗਿਆ, ਉੱਥੇ ਐਡਾ ਵੱਡਾ ਵਿਰੋਧ ਹੋ ਗਿਆ। ਸੋ ਇਹ ਜਿਹੜੀਆਂ ਖਬਰਾਂ ਆ ਰਹੀਆਂ, ਇਹ ਜਿਹੜਾ ਸਾਡਾ ਸੋ-ਕਾਲਡ ਨੈਸ਼ਨਲ ਮੀਡੀਆ ਉਹ ਤਾਂ ਨਹੀਂ ਦਿਖਾ ਰਿਹਾ, ਉਹ ਤਾਂ ਸਗੋਂ ਇਹ ਦਿਖਾ ਰਿਹਾ ਲੋ ਜੀ ਸਰਕਾਰ ਦੇ ਲੋਕ ਗਏ, ਉਹਨਾਂ ਨੇ ਕਿਸਾਨਾਂ ਨੂੰ ਸਮਝਾਤਾ, ਕਿਸਾਨ ਸਮਝ ਗਏ ਆ, 4 ਦਿਨਾਂ ਦੇ ਵਿੱਚ ਅੰਦੋਲਨ ਖਤਮ ਹੋ ਜਾਣਾ। ਇੱਕ ਨਿਊਜ਼ ਚੈਨਲ ਇਹ ਦਿਖਾ ਰਿਹਾ 4 ਦਿਨਾਂ ਚ ਅੰਦੋਲਨ ਖਤਮ ਹੋ ਜਾਣਾ, ਜਿਹੜਾ ਅਖੌਤੀ ਮੀਡੀਆ ਇਹ ਦਿਖਾ ਰਿਹਾ। ਰਿਐਲਿਟੀ ਇਹ ਹੈ ਜਿਹੜੀ ਅਸੀਂ ਦੱਸ ਰਹੇ ਹਾਂ ਕਿ ਲੋਕ ਇਹਨਾਂ ਨੂੰ ਆਪਣੇ ਪਿੰਡਾਂ ਚ ਵੜ ਨਹੀਂ ਦੇ ਰਹੇ। ਇਹਦਾ ਕੀ ਮਤਲਬ ਹੋਇਆ ਕਿ ਅੰਦੋਲਨ ਜਿਹੜਾ ਹੋਰ ਵਿਆਪਕ ਹੋ ਗਿਆ, ਹੋਰ ਜ਼ਿਆਦਾ ਫੈਲ ਗਿਆ। ਜੀ ਹਾਂ, ਪ੍ਰੋਗਰਾਮ ਸਾਂਝਾ ਬਾਜ਼ਾਰ ਦੇ ਵਿੱਚ ਤੁਸੀਂ ਸੁਸ਼ੀਲ ਦਸਾਂਝ ਸਾਹਿਬ ਦੇ ਨਾਲ ਸਾਡੀ ਗੱਲਬਾਤ ਦੇਖ ਰਹੇ ਹੋ, ਸੁਣ ਰਹੇ ਹੋ। ਇਸ ਪ੍ਰੋਗਰਾਮ ਦਾ ਤੁਸੀਂ ਹਿੱਸਾ ਬਣਨਾ ਚਾਹੁੰਦੇ ਹੋ 9054584444 905-458-4444। ਦਸਾਂਝ ਸਾਹਿਬ, ਪਤਾ ਲੱਗਾ ਹੈ ਇੱਕ ਹੋਰ ਕਿਸਾਨ ਦੀ ਮੌਤ ਹੋਈ ਹੈ। ਦੇਖੋ, ਔਸਤਨ 2 ਕਿਸਾਨ ਜਿਹੜੇ ਆ ਰੋਜ਼ ਸਾਡੇ ਤੋਂ ਜੁਦਾ ਹੋ ਰਹੇ ਨੇ। ਔਸਤਨ ਕੱਲ ਵੀ ਇੱਕ ਕਿਸਾਨ ਦੀ ਮੌਤ ਹੋਈ ਹੈ, ਅੱਜ ਵੀ ਇੱਕ ਕਿਸਾਨ ਦੀ ਮੌਤ ਹੋਈ ਹੈ। ਅੱਜ ਸੁਸਾਈਡ ਵੀ ਇੱਕ ਹੋਣ ਦੀ ਜਿਹੜੀ ਖਬਰ ਹੈ, ਤੇ ਕੱਲ ਜਿਹੜੇ ਸੀ ਉਹ ਰਸਤੇ ਦੇ ਵਿੱਚ ਜਾਂਦੇ ਹੀ ਉਸ ਕਿਸਾਨ ਦੀ ਜਿਹੜੀ ਆ ਸਿਹਤ ਵਿਗੜ ਗਈ ਸੀ ਤੇ ਉਹਦੀ ਮੌਤ ਹੋਈ ਸੀ। ਤੇ ਹੁਣ ਇਸ ਤਰ੍ਹਾਂ ਦੀ ਜਿਹੜੀਆਂ ਖਬਰਾਂ ਆ ਰਹੀਆਂ ਤੇ ਉਹਦੇ ਚ ਜੋ ਜਾਣਕਾਰੀ ਹੈ, ਭਾਵੇਂ
ਪੂਰੀ ਤਰ੍ਹਾਂ ਇਹ ਨਹੀਂ ਹੈ, ਪਰ ਸਾਡੇ ਕੋਲ ਜਿਹੜੀ ਜਾਣਕਾਰੀ ਅਸੀਂ ਕੱਲ ਪਰਸੋਂ ਗੱਲ ਕਰਦੇ ਸੀ ਵੀ 214 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਔਰ ਜਿਹੜੀ ਮੇਰੇ ਕੋਲ ਬਿਲਕੁਲ ਤਾਜ਼ਾ ਜਾਣਕਾਰੀ ਆ ਰਹੀ ਹੈ ਕਿ ਹਾਲੇ ਕੁਝ ਪਤਾ ਨਹੀਂ ਲੱਗ ਰਿਹਾ, ਅਸੀਂ ਪੰਜਾਬ ਵਾਲੀ ਗੱਲ ਜ਼ਿਆਦਾ ਕਰਦੇ ਹਾਂ ਕਿਉਂਕਿ ਜਿਹੜੇ ਨੈਸ਼ਨਲ ਮੀਡੀਆ ਉਹ ਦਿਖਾਉਂਦਾ ਨਹੀਂ। ਬਾਕੀ ਸੂਬਿਆਂ ਦੇ ਵਿੱਚ ਵੀ ਕੁਝ ਕਿਸਾਨ ਜਿਹੜੇ ਆ ਇਸ ਅੰਦੋਲਨ ਜਿਹੜੇ ਸ਼ਾਮਲ ਹੈ ਉਹਨਾਂ ਦੀ ਵੀ ਜਾਨ ਗਈ ਹੈ। ਕਿਉਂਕਿ ਮੇਰੇ ਕੋਲ ਜਿਹੜੀ ਜਾਣਕਾਰੀ ਹੈ ਵੀ 250 ਦੇ ਕਰੀਬ ਕਿਸਾਨ ਜਿਹੜੇ ਆ ਉਹਨਾਂ ਦੀ ਜਾਨ ਜਿਹੜੀ ਹੈ ਹੁਣ ਤੱਕ ਜਾ ਚੁੱਕੀ ਇਸ ਅੰਦੋਲਨ ਦੇ ਚੱਲਦਿਆਂ। ਸੋ ਇਸ ਅੰਦੋਲਨ ਦੇ ਚੱਲਦਿਆਂ ਜਿਹੜੇ ਲੋਕਾਂ ਦੀ ਜਾਨ ਗਈ ਹੈ ਉਹਨਾਂ ਨੂੰ ਬਕਾਇਦਾ ਇਹ ਕਿਹਾ ਜਾ ਰਿਹਾ ਹੈ ਕਿ ਇਹ ਕਿਸਾਨ ਅੰਦੋਲਨ ਦੇ ਸ਼ਹੀਦ ਹੈ। ਜਿਹੜੀ ਇੱਕ ਕਰਜ਼ੇ ਦੀ ਫੰਡ ਕਰਕੇ ਖੁਦਕੁਸ਼ੀ ਕੀਤੀ ਹੈ, ਸ਼੍ਰੀ ਗੋਇੰਦਵਾਲ ਸਾਹਿਬ ਦੇ ਨੇੜੇ ਇੱਕ ਪਿੰਡ ਹੈ ਗੁਜਰਪੁਰਾ, ਉਹਦਾ ਕਿਸਾਨ ਸੀ, 43 ਸਾਲ ਦੀ ਉਮਰ ਸੀ, ਜਰਨੈਲ ਸਿੰਘ, ਉਹਨੇ ਸੁਸਾਈਡ ਕੀਤਾ, ਖੁਦਕੁਸ਼ੀ ਕੀਤੀ ਹੈ। ਥੋੜੀ ਜ਼ਮੀਨ ਹੈ ਤੇ ਬਿਆਸ ਦਰਿਆ ਦਾ ਪਾਣੀ ਜਿਹੜਾ ਹਰ ਸਾਲ ਆ ਜਾਂਦਾ, ਫਸਲ ਬਰਬਾਦ ਹੋ ਜਾਂਦੀ ਹੈ। ਬੈਂਕਾਂ ਦਾ ਤੇ ਆੜ੍ਹਤੀਆਂ ਦਾ ਕੁੱਲ ਮਿਲਾ ਕੇ 17 ਲੱਖ ਦਾ ਉਹਦੇ ਤੇ ਕਰਜ਼ਾ ਸੀ, ਮਾਨਸਿਕ ਪਰੇਸ਼ਾਨੀ ਚ ਰਹਿੰਦਾ ਸੀ। ਤੜਕਸਾਰ ਉਹਨੇ ਕੱਲ ਜ਼ਹਿਰੀਲੀ ਚੀਜ਼ ਕੋ ਖਾ ਲਈ ਤੇ ਸੁਸਾਈਡ ਕਰ ਲਿਆ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ। ਇਹਦਾ ਮਤਲਬ ਹੈ ਕਿ ਹਾਲਾਤ ਜਿਹੜੇ ਆ ਲਗਾਤਾਰ ਵਿਗੜ ਰਹੇ ਆ। ਪਰ ਸਰਕਾਰ ਜਿਹੜੀ ਗੱਲ ਉਹਨੇ ਕਹੀ ਨਾ ਇੱਕ ਦਿਨ, ਜਗਜੀਤ ਸਿੰਘ ਦਲਿਆਲ ਨੇ, ਜਿਹੜੀ ਆਪਾਂ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਤੇ ਆਪਾਂ ਆਪਣੇ ਚਲਾਈ ਵੀ ਸੀ, ਉਹਨੇ ਬੜੀ ਕਮਾਲ ਦੀ ਗੱਲ ਕਹੀ ਸੀ ਕਿ ਸਰਕਾਰ ਲਈ ਭਾਵੇਂ ਅੱਜ ਦੇ ਕਿਸਾਨ ਮਰ ਜਾਣ, ਸਰਕਾਰ ਦੇ ਕੰਨ ਤੇ ਜੂੰ ਨਹੀਂ ਰੰਗਣੀ। ਸਰਕਾਰ ਦੇ ਕੰਨ ਤੇ ਜੂੰ ਉਦੋਂ ਰੰਗਣੀ ਹੈ ਜਦੋਂ ਉਹਨੂੰ ਲੱਗਾ ਫਿਕਰ ਪੈ ਗਿਆ ਵੋਟਾਂ ਗਈਆਂ, ਵੋਟਾਂ ਜਾਂਦੀਆਂ ਦਿਖਾਈ ਦੇ ਰਹੀਆਂ, ਪੰਜਾਬ ਤਾਂ ਚਲ ਗਈਆਂ ਤੇ ਯੂਪੀ ਚ ਜਾਂਦੀਆਂ ਦਿਖਾਈ ਦੇ ਰਹੀਆਂ। ਇਸ ਕਰਕੇ ਮੀਟਿੰਗਾਂ ਹੋ ਰਹੀਆਂ ਇਸ ਵੇਲੇ। ਪਿਛਲੇ 4 ਦਿਨਾਂ ਚ 3 ਮੀਟਿੰਗਾਂ ਕਰ ਚੁੱਕੇ ਪ੍ਰਧਾਨ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਆਪਣੇ ਲੀਡਰਾਂ ਦੇ ਨਾਲ ਵੀ ਕਿੱਦਾਂ ਸਾਂਭੀਏ। ਭਾਵੇਂ ਉੱਤੋਂ ਅੜੀ ਦਿਖਾ ਰਹੀ ਹੈ ਸਰਕਾਰ, ਅੰਦਰੋਂ ਹਿੱਲੀ ਪਈ ਹੈ। ਸੋ ਥੋੜਾ ਜਿਹਾ ਧੱਕਾ ਹੋਰ ਲੱਗਣ ਦੀ ਜ਼ਰੂਰਤ ਹੈ। ਕਿਸਾਨ ਅੰਦੋਲਨ ਦਾ ਦੂਸਰੇ ਦੇਸ਼ਾਂ ਦੇ ਵਿੱਚ ਕੀ ਅਸਰ ਪਿਆ? ਵੈਸੇ ਤੁਸੀਂ ਕੈਨੇਡਾ ਵਿੱਚ ਵੀ ਦੇਖਦੇ ਹੋ, ਅਮਰੀਕਾ ਦੇ ਵਿੱਚ ਵੀ, ਆਸਟ੍ਰੇਲੀਆ 'ਚ, ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਕਿਸਾਨ ਰੈਲੀਆਂ ਹੋ ਰਹੀਆਂ ਨੇ। ਟੋਰਾਂਟੋ ਦੇ ਵਿੱਚ ਹੁਣ ਤਾਂ ਨਹੀਂ ਹੋਈਆਂ ਕਿਉਂਕਿ ਇੱਥੇ ਲੋਕਡਾਊਨ ਹੈ, 5 ਬੰਦਿਆਂ ਤੋਂ ਵੱਧ ਲੋਕ ਜਿਹੜੇ ਇਕੱਠੇ ਨਹੀਂ ਹੋ ਸਕਦੇ, ਇਸ ਕਰਕੇ। ਨਹੀਂ ਤਾਂ ਪਹਿਲਾਂ ਹਰ ਇੱਕ ਵੀਕਐਂਡ ਦੇ ਉੱਤੇ ਕਿਸਾਨ ਰੈਲੀਆਂ ਹੁੰਦੀਆਂ ਸਨ। ਕਿਸਾਨ ਸਾਹਿਬ, ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਵੀ ਕਿਸਾਨ ਰੈਲੀ ਦਾ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਸ ਦਾ ਅਸਰ ਪਿਆ ਹੈ? ਵੈਸੇ ਤਾਂ ਓਵਰਆਲ ਹੀ ਸਾਰੇ ਦੁਨੀਆ ਦੇ ਵਿੱਚ ਅਸਰ ਪਿਆ। ਗੁਆਂਢੀ ਮੁਲਕ ਪਾਕਿਸਤਾਨ ਦਾ ਜ਼ਿਕਰ ਇਸ ਕਰਕੇ ਕਰਨਾ ਚਾਹਾਂਗੇ ਕਿ ਪਾਕਿਸਤਾਨ ਤੇ ਭਾਰਤ ਦੀਆਂ ਜਿਹੜੀਆਂ ਭੂਗੋਲਿਕ ਤੇ ਆਰਥਿਕ ਜਿਹੜੀਆਂ ਹਾਲਤਾਂ ਨੇ ਉਹਦੇ 'ਚ ਕੋਈ ਬਹੁਤਾ ਫਰਕ ਨਹੀਂ ਹੈ। ਸਗੋਂ ਕਈ ਮਾਮਲਿਆਂ ਵਿੱਚ ਪਾਕਿਸਤਾਨ ਦੀ ਜਿਹੜੀ ਆਰਥਿਕਤਾ ਜਿਹੜੀ ਆ ਉਹ ਭਾਰਤ ਨਾਲੋਂ ਵੀ ਜ਼ਿਆਦਾ ਲਚਰ ਹੈ। ਆਪਾਂ ਨੂੰ ਇਸ ਗੱਲ ਦਾ ਪਤਾ ਹੈ। ਇਹ ਕੋਈ ਅਸੀਂ ਕੋਈ ਮਿਹਣੇ ਦੇ ਤੌਰ ਤੇ ਗੱਲ ਨਹੀਂ ਕਰ ਰਹੇ। ਇਹ ਨਹੀਂ ਕੋਈ ਅਸੀਂ ਪਾਕਿਸਤਾਨ ਨੂੰ ਕੋਈ ਮਿਹਣਾ ਦੇ ਰਹੇ ਹਾਂ। ਰਿਐਲਿਟੀ ਹੈ ਕਿ ਪਾਕਿਸਤਾਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਜਿੱਦਾਂ ਹੋਣੀਆਂ ਚਾਹੀਦੀਆਂ ਭਾਰਤ ਦੇ ਮੁਕਾਬਲੇ ਉਦਾਂ ਨਹੀਂ ਹੁੰਦੀਆਂ। ਭਾਰਤ ਦੀ ਸਥਿਤੀ ਬਹੁਤ ਮਾੜੀ ਹੈ। ਭਾਰਤ ਦੀ ਸਥਿਤੀ ਚੰਗੀ ਨਹੀਂ ਹੈ, ਬਹੁਤ ਮਾੜੀ ਹੈ। ਅਸੀਂ ਰੋਜ਼ ਇੱਥੇ ਚਰਚਾ ਕਰਦੇ ਹਾਂ। ਪਰ ਪਾਕਿਸਤਾਨ ਦਾ ਆਵਾਮ ਭਾਰਤ ਨਾਲੋਂ ਵੀ ਜ਼ਿਆਦਾ ਪਿਛੜਾ ਹੈ। ਪਰ ਭਾਰਤ ਦੇ ਮੁਕਾਬਲੇ ਪਾਕਿਸਤਾਨ ਦੇ ਵਿੱਚ ਜਿਹੜਾ ਆਰਗੇਨਾਈਜੇਸ਼ਨਲ ਜਿਹੜਾ ਇੱਕ ਸੈਟਅਪ ਹੁੰਦਾ, ਜਿਹਨੂੰ ਆਪਾਂ ਜਥੇਬੰਦਕ ਚੀਜ਼ਾਂ ਜਿਹੜੀਆਂ ਹੁੰਦੀਆਂ, ਉਹ ਘੱਟ ਹੈ। ਇਸੇ ਕਰਕੇ ਚਾਹੇ ਕਿਸੇ ਵੀ ਕਿਸਮ ਦਾ ਕੋਈ ਸਟਰਗਲ ਹੋਵੇ, ਖਾਸ ਤੌਰ ਤੇ ਪੀਪਲ ਸਟਰਗਲ ਜਿਹੜੀ ਹੈ, ਉਹ ਪਾਕਿਸਤਾਨ 'ਚ ਉਸ ਰੂਪ 'ਚ ਨਹੀਂ ਦਿਖਾਈ ਦਿੰਦੀ। ਉਹਦਾ ਕਾਰਨ ਹੈ ਕਿ ਉੱਥੇ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਜਿਹੜੀ ਆ ਆਰਮੀ ਦਾ ਹਮੇਸ਼ਾ ਜਿਹੜਾ ਕੰਟਰੋਲ ਰਹਿੰਦਾ ਹੈ, ਫੌਜ ਦਾ ਕੰਟਰੋਲ ਰਹਿੰਦਾ ਹੈ। ਸਾਡੇ ਥੋੜਾ ਜਿਹਾ ਵੀ ਡੈਮੋਕ੍ਰੇਟਿਕ ਸਾਡਾ ਸਿਸਟਮ ਹੈ ਤੇ ਇਸ ਤਾਂ ਪਾਕਿਸਤਾਨ 'ਚ ਵੀ ਡੈਮੋਕ੍ਰੇਸੀ ਕਹੀ ਜਾ ਸਕਦੀ ਹੈ। ਇੱਕ ਡੈਮੋਕ੍ਰੇਟਿਕ ਚੁਣੀ ਹੋਈ ਸਰਕਾਰ ਹੈ ਇਮਰਾਨ ਖਾਨ ਦੀ। ਪਰ ਭਾਰਤ ਦੇ ਮੁਕਾਬਲੇ ਜਿਹੜੀ ਡੈਮੋਕ੍ਰੇਸੀ ਪਾਕਿਸਤਾਨ ਦੀ ਹੈ ਉਹ ਤਾਂ ਨਹੀਂ ਦੇਖੀ ਜਾ ਸਕਦੀ। ਜਦਕਿ ਸਾਡੇ ਵੀ ਜਦੋਂ ਤੋਂ ਨਰਿੰਦਰ ਮੋਦੀ ਉਹਨਾਂ ਦੀ ਸਰਕਾਰ ਆਈ ਹੈ, ਸਾਡੀ ਡੈਮੋਕ੍ਰੇਸੀ ਵੀ ਜਿਹੜੀ ਆ ਲਗਭਗ ਲੱਚਰ ਹੋ ਚੁੱਕੀ ਹੈ, ਬਹੁਤ ਬੁਰੀ ਹਾਲਤ ਦੇ ਵਿੱਚ ਹੈ। ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਸਾਡੇ ਤੇ ਇੱਕ ਡਿਕਟੇਟਰਸ਼ਿਪ ਜਿਹੜੀ ਹੈ ਉਹ ਥੋਪ ਦਿੱਤੀ ਗਈ, ਆਪਾਂ ਨੂੰ ਇਹ ਪਤਾ ਹੈ। ਪਰ ਜਦੋਂ ਆਪਾਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਤੇ ਜਿਹੜਾ ਇਕਨੋਮੀ ਦਾ ਇਸ਼ੂ ਹੈ, ਇਕਨੋਮੀ ਦੇ ਇਸ਼ੂ ਤੇ ਜਦੋਂ ਗੱਲ ਕਰਦੇ ਹਾਂ ਤੇ ਬਹੁਤ ਬੁਰੀ ਹਾਲਤ ਹੈ, ਭਾਰਤ ਨਾਲੋਂ ਵੀ ਮਾੜੀ ਹਾਲਤ ਹੈ। ਤੇ ਜਿਹੜੀ ਕਮੀ ਹੈ ਉੱਥੇ ਨਾਲ ਦੀ ਨਾਲ ਇਹ ਹੈ ਕਿ ਉੱਥੇ ਜਥੇਬੰਦਕ ਤੌਰ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਐਜੀਟੇਸ਼ਨ ਜਿਹੜੀ ਹੈ ਸਾਨੂੰ ਨਹੀਂ ਦਿਖਾਈ ਦਿੰਦੀਆਂ ਭਾਰਤ ਦੇ ਮੁਕਾਬਲੇ। ਪਰ
ਸਾਡੀ ਜਿਹੜੀ ਕਿਸਾਨ ਐਜੀਟੇਸ਼ਨ ਹੈ ਇਹਨੇ ਪਾਕਿਸਤਾਨ ਦੇ ਵਿੱਚ ਵੀ ਇੱਕ ਵੱਖਰਾ ਕਿਸਮ ਦਾ ਮਾਹੌਲ ਜਿਹੜਾ ਸਿਰਜ ਦਿੱਤਾ ਹੈ। ਬਾਕੀ ਮੁਲਕਾਂ ਦੀ ਆਪਾਂ ਗੱਲ ਕਰਦੇ ਤੁਸੀਂ ਕੀਤੀ ਹੈ, ਚਲੋ ਉਹ ਤਾਂ ਯਕੀਨ ਦੀ ਗੱਲ ਹੈ, ਪਰ ਬਾਕੀ ਮੁਲਕਾਂ ਦੀਆਂ ਸਰਕਾਰਾਂ ਵੀ ਜਿਹੜੀਆਂ ਉਹ ਇਸ ਮਾਮਲੇ ਦੇ ਵਿੱਚ ਭਾਰਤ ਦੀ ਸਰਕਾਰ ਨਾਲ ਵੀ ਰਾਬਤਾ ਰੱਖ ਰਹੀਆਂ ਹੈ। ਤੁਹਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇੱਕ ਦੋ ਵਾਰ ਫੋਨ ਤੇ ਗੱਲਬਾਤ ਕੀਤੀ ਨਰਿੰਦਰ ਮੋਦੀ ਨਾਲ ਇਸ ਐਜੂਕੇਸ਼ਨ ਬਾਰੇ। ਇਹਦੇ ਵੀ ਅਮਰੀਕਾ ਤੋਂ ਖਬਰ ਆਈ ਹੈ, ਉੱਥੇ 69 ਕਿਸਾਨ ਜਥੇਬੰਦੀਆਂ ਜਿਹੜੀਆਂ ਅਮਰੀਕਾ ਦੀਆਂ ਉਹਨਾਂ ਨੇ ਭਾਰਤ ਦੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ, ਬਕਾਇਦਾ ਲਿਖਤੀ ਤੌਰ ਤੇ ਹਮਾਇਤ ਕੀਤੀ ਹੈ। ਪਰ ਪਾਕਿਸਤਾਨ ਦੀ ਖਬਰ ਹੁਣ ਮੈਂ ਤੁਹਾਨੂੰ ਸਾਂਝੀ ਕਰਦਾ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਪਾਕਿਸਤਾਨ ਅਬਜ਼ਰਵਰ ਜਿਹੜੀ ਹੈ ਇੱਕ ਵੱਡੀ ਅਖਬਾਰ ਹੈ ਤੇ ਇੱਕ ਵੱਡੀ ਅਖਬਾਰ ਹੈ ਅੰਗਰੇਜ਼ੀ ਦੀ ਉੱਥੇ ਡੌਨ। ਇਹਨਾਂ ਦੋਵਾਂ ਅਖਬਾਰਾਂ ਨੇ ਕੁਝ ਚੀਜ਼ਾਂ ਜਿਹੜੀਆਂ ਕੁਝ ਰਿਪੋਰਟਸ ਜਿਹੜੀਆਂ ਛਾਪੀਆਂ, ਉਹ ਇਹ ਕਹਿੰਦੀਆਂ ਹੈ ਕਿ ਭਾਰਤ ਦੇ ਵਿੱਚ ਜਿਹੜੀ ਕਿਸਾਨ ਜਥੇਬੰਦੀਆਂ ਦਾ ਜਿਹੜਾ ਇਹ ਅੰਦੋਲਨ ਚੱਲ ਰਿਹਾ ਹੈ ਇਹਦਾ ਇੱਕ ਪ੍ਰਭਾਵ ਜਾਂ ਅਸਰ ਪਾਕਿਸਤਾਨ 'ਚ ਵੀ ਦਿਖਾਈ ਦੇਣ ਲੱਗ ਪਿਆ। ਉੱਥੇ ਵੀ ਖਾਸ ਤੌਰ ਤੇ ਲਹਿੰਦੇ ਪੰਜਾਬ, ਜਿਹਨੂੰ ਆਪਾਂ ਕਹਿੰਦੇ ਪੰਜਾਬ ਹੀ ਕਹਿੰਦੇ, ਆਪਣਾ ਚੜ੍ਹਦਾ ਪੰਜਾਬ ਹੈ, ਪਾਕਿਸਤਾਨ ਵਾਲਾ ਆਪਾਂ ਲਹਿੰਦਾ ਪੰਜਾਬ ਕਹਿੰਦੇ, ਉੱਥੇ ਪੰਜਾਬ 'ਚ ਕਿਸਾਨਾਂ ਨੇ ਟਰੈਕਟਰ ਰੈਲੀਆਂ ਸ਼ੁਰੂ ਕਰਤੀਆਂ। ਪੰਜਾਬ ਹੀ ਅਗਵਾਈ ਕਰਦਾ ਹੈ, ਦੇਸ਼ ਵਿੱਚ ਵੀ ਕਿਸਾਨਾਂ ਦੀ ਐਜੀਟੇਸ਼ਨ ਦੀ ਭਾਰਤ ਦੇ ਵਿੱਚ ਅਗਵਾਈ ਜਿਹੜੀ ਪੰਜਾਬ ਨੇ ਕੀਤੀ ਹੈ, ਪਾਕਿਸਤਾਨ 'ਚ ਵੀ ਪੰਜਾਬ ਕਰ ਰਿਹਾ, ਪਾਕਿਸਤਾਨ ਦਾ ਪੰਜਾਬ। ਉੱਥੇ ਵੀ ਇਹ ਗੱਲ ਉੱਠ ਰਹੀ ਹੈ ਕਿ ਜਿਹੜੀ ਜਿਣਸ ਹੈ, ਜਿਹਨੂੰ ਆਪਾਂ ਫਸਲ ਕਹਿੰਦੇ ਆ, ਉਹਦੀ ਸਰਕਾਰੀ ਖਰੀਦ ਯਕੀਨੀ ਹੋਣੀ ਚਾਹੀਦੀ ਹੈ। ਇਹ ਮੰਗ ਉੱਥੇ ਬੜੀ ਤੇਜ਼ੀ ਨਾਲ ਉੱਭਰੀ ਹੈ। ਬਕਾਇਦਾ ਪਾਕਿਸਤਾਨ ਅਬਜ਼ਰਵਰ ਨੇ ਇੱਕ ਰਿਪੋਰਟ ਕੀਤੀ ਹੈ ਵੀ ਕਿਸਾਨ ਜਥੇਬੰਦੀਆਂ ਦੀ ਇੱਕ ਸੈਂਟਰਲ ਜਿਹੜੀ ਆਰਗੇਨਾਈਜੇਸ਼ਨ ਹੈ ਪਾਕਿਸਤਾਨ 'ਚ ਬਣ ਗਈ, ਜਿਹਦਾ ਨਾਮ ਰੱਖਿਆ ਗਿਆ ਪਾਕਿਸਤਾਨ ਕਿਸਾਨ ਇਤਿਹਾਦ। ਅੰਗਰੇਜ਼ੀ 'ਚ ਉਹਨੂੰ ਛੋਟੇ ਅੱਖਰਾਂ ਲਿਖਿਆ ਗਿਆ PKI, ਪਾਕਿਸਤਾਨ ਕਿਸਾਨ ਇਤਿਹਾਦ। ਉਹਨੇ ਚੇਤਾਵਨੀ ਦਿੱਤੀ ਵੀ ਜੇ ਇਮਰਾਨ ਗਵਰਨਮੈਂਟ ਨੇ ਕਿਸਾਨਾਂ ਦੇ ਦੁਖੜਿਆਂ ਦੇ ਹੱਲ ਵੱਲ ਧਿਆਨ ਨਾ ਦਿੱਤਾ ਤਾਂ 31 ਮਾਰਚ ਨੂੰ ਇਸਲਾਮਾਬਾਦ ਵਿੱਚ ਟਰੈਕਟਰ ਮਾਰਚ ਹੋਊ ਤੇ ਉਸ ਤੋਂ ਬਾਅਦ ਸਾਰੇ ਪਾਕਿਸਤਾਨ 'ਚ ਚੱਕਾ ਜਾਮ ਦਾ ਪ੍ਰੋਗਰਾਮ ਚੱਲੂ। ਬਕਾਇਦਾ ਪਾਕਿਸਤਾਨ ਕਿਸਾਨ ਇਤਿਹਾਦ ਦੇ ਜਿਹੜੇ ਪ੍ਰਧਾਨ ਬਣਾਏ ਗਏ ਨੇ ਖਾਲਿਦ ਮਹਿਮੂਦ ਖੋਖਰ, ਉਹਨਾਂ ਨੇ ਲਾਹੌਰ 'ਚ ਇੱਕ ਮੀਡੀਆ ਪ੍ਰੋਗਰਾਮ ਕੀਤਾ ਜਿਸ 'ਚ ਕਿਹਾ ਗਿਆ ਕਿ ਸਰਕਾਰ ਤੇ ਇਮਰਾਨ ਗਵਰਨਮੈਂਟ ਤੇ ਦਬਾਅ ਬਣਾਉਣ ਤੇ ਛੋਟੀ ਤੇ ਦਰਮਿਆਨੀ ਕਿਸਾਨੀ ਨੂੰ ਆਪਣੇ ਹੱਕਾਂ ਲਈ ਚੌਕਸ ਕਰਨ ਵਾਸਤੇ, ਸੁਚੇਤ ਕਰਨ ਵਾਸਤੇ ਜਿਹੜੀਆਂ ਡਿਸਟ੍ਰਿਕਟ ਲੈਵਲ ਦੀਆਂ ਜਿਹੜੀਆਂ ਰੈਲੀਆਂ ਉਹ ਪਹਿਲੇ ਸ਼ੁਰੂ ਹੋ ਗਿਆ। ਪਹਿਲੀ ਰੈਲੀ 16 ਫਰਵਰੀ ਨੂੰ ਪਾਕਪਟਨ 'ਚ ਹੋਈ, ਅਗਲੀ ਰੈਲੀ ਜਿਹੜੀ ਆ 23 ਫਰਵਰੀ ਨੂੰ ਹੋਣੀ ਹੈ, ਯਾਨੀ ਕੱਲ ਨੂੰ ਹੋਣੀ ਹੈ, ਉਹ ਹੋਣੀ ਆ ਵਿਹਾੜੀ ਦੇ ਵਿੱਚ। ਉਸ ਤੋਂ ਬਾਅਦ ਉਕਾੜਾ 'ਚ, ਮੁਲਤਾਨ 'ਚ, ਖਾਨੇਵਾਲ, ਝੰਗ ਤੇ ਬਾਕੀ ਜਿਹੜੇ ਜ਼ਿਲ੍ਹੇ ਉਹ 'ਚ ਰੈਲੀਆਂ ਹੋਣੀਆਂ। ਤੇ ਅੱਗੋਂ ਇਹ ਪ੍ਰੋਗਰਾਮ ਜਿਹੜਾ ਕਿਸਾਨਾਂ ਦਾ ਸਿੰਧ ਵੀ ਜਾਏਗਾ, ਬਲੋਚਿਸਤਾਨ ਦੇ ਜਿਹੜੇ ਸੂਬੇ, ਬਲੋਚਿਸਤਾਨ ਜਿਹੜਾ ਸੂਬਾ ਉਧਰ ਵੀ ਜਾਊਗਾ। ਏਦਾਂ ਹੀ ਅੰਗਰੇਜ਼ੀ ਅਖਬਾਰ ਜਿਹੜੀ ਡੌਨ ਨੇ ਉਹਨੇ ਇੱਕ ਰਿਪੋਰਟ ਆਪਣੀ ਛਾਪੀ ਹੈ ਜਿਸ 'ਚ ਉਹਨੇ ਦੱਸਿਆ ਵੀ ਪਾਕਿਸਤਾਨ ਕਿਸਾਨ ਇਤਿਹਾਦ ਦੇ ਜਿਹੜੇ ਆਗੂ ਆ ਉਹਨਾਂ ਨੇ ਇੱਕ ਬੜੀ ਇੰਪੋਰਟੈਂਟ ਗੱਲ ਕਹੀ ਹੈ, ਸਮਝਣ ਵਾਲੀ ਗੱਲ ਹੈ। ਉਹਨਾਂ ਨੇ ਕਿਹਾ ਜਿਹੜਾ ਸਾਡਾ ਇਹ ਸਟਰਗਲ ਚੱਲੇਗੀ ਨਾ ਕਿਸਾਨਾਂ ਦੀ ਜਿਹੜੀ ਸ਼ੁਰੂ ਕਰ ਲਈ ਹੈ, ਇਹ 'ਚ ਜ਼ਗੀਰਦਾਰ ਤੇ ਜਿਹੜੇ ਵੱਡੇ ਜ਼ਿਮੀਂਦਾਰ ਹੈ ਇਹ ਨਹੀਂ ਅਸੀਂ ਆਉਣ ਦੇਣੇ। ਕਹਿੰਦੇ ਹੋਏ ਆ ਵੀ ਜਿਹੜੇ ਜ਼ਗੀਰਦਾਰ ਤੇ ਵੱਡੇ ਜਿਹੜੇ ਜ਼ਿਮੀਂਦਾਰ ਹੈ, ਇਹ ਜਿਹੜੇ ਛੋਟੇ ਤੇ ਦਰਮਿਆਨੇ ਜਿਹੜੇ ਕਾਸ਼ਤਕਾਰ ਆ ਉਹਨਾਂ ਦੀ ਲੁੱਟ ਖਸੁੱਟ ਜਿਹੜੀ ਹੁੰਦੀ ਆ ਉਹਦੇ 'ਚ ਸਗੋਂ ਜਿਹੜੇ ਲੁੱਟਣ ਵਾਲੇ ਆ ਉਹਨਾਂ ਨਾਲ ਭਾਈਵਾਲ ਹੁੰਦੇ। ਇਸ ਕਰਕੇ ਉਹਨਾਂ ਨੂੰ ਆਪਣੀ ਚੌਧਰ 'ਚ ਮੁਕਾਉਣ ਲਈ ਅਸੀਂ ਕਿਸਾਨਾਂ ਦੀ ਸਟੇਜ ਬਿਲਕੁਲ ਨਹੀਂ ਦੇਣੀ। ਜਿੱਦਾਂ ਦੇਖੋ ਇਹ ਬਿਲਕੁਲ ਉਸੇ ਤਰ੍ਹਾਂ ਦਿੱਤੇ ਹੈ ਜਿਵੇਂ ਅਸੀਂ ਆਪਣੀ ਸਟੇਜ ਲਾਈ ਹੋਈ ਆ, ਮੰਨ ਲਓ ਸਿੰਘੂ ਤੇ ਅਸੀਂ ਕਹਿੰਦੇ ਆ ਵੀ ਕੋਈ ਪੋਲੀਟੀਕਲ ਮੂਵਮੈਂਟ ਨਹੀਂ ਹੈ, ਕੋਈ ਸਿਆਸੀ ਬੰਦਾ ਨਾ ਆਵੇ। ਉਹਨਾਂ ਨੇ ਸਿਆਸੀ ਤੋਂ ਵੀ ਜ਼ਿਆਦਾ ਵੱਡੀ ਗੱਲ ਕਰਦੀ ਕਿ ਵੱਡਾ ਜ਼ਗੀਰਦਾਰ ਨਾ ਆਵੇ, ਕੋਈ ਵੱਡਾ ਜ਼ਿਮੀਂਦਾਰ ਨਾ ਆਵੇ। ਇਹ ਸਾਡੀ ਦਰਮਿਆਨੀ ਤੇ ਛੋਟੀ ਕਿਸਾਨੀ ਦੀ ਲੜਾਈ ਹੈ। ਸੋ ਅਲਟੀਮੇਟਲੀ ਪਾਕਿਸਤਾਨ ਦੇ ਵਿੱਚ ਵੀ ਘੱਟੋ ਘੱਟ ਜਿਹੜਾ ਸਮਰਥਨ ਮੁੱਲ, ਜਿਹੜਾ ਸਹਾਇਕ ਮੁੱਲ ਜਿਹਨੂੰ ਆਪਾਂ MSP ਕਹਿੰਦੇ ਆ, ਉਹ ਮੁੱਲ ਮਿਲੇ ਕਿਸਾਨੀ ਨੂੰ। ਬਾਕੀ ਫਸਲਾਂ ਦੇ ਮਾਮਲੇ 'ਚ ਵੀ ਏਦਾਂ ਹੋਵੇ, ਕੱਲਾ ਕਣਕ ਜਾਂ ਝੋਨਾ ਨਾ ਹੋਵੇ ਤੇ ਸਰਕਾਰ ਜਿਹੜੀ ਹੈ ਉਹ ਜਿਹੜੀ DAP ਤੇ ਯੂਰੀਆ ਖਾਦਾਂ ਉੱਤੇ ਸਬਸਿਡੀ ਦੇਵੇ। ਬੰਦ ਪਈਆਂ ਯੂਰੀਆ ਦੀਆਂ ਫੈਕਟਰੀਆਂ ਛੇਤੀ ਤੋਂ ਛੇਤੀ ਚੱਲਣ ਪਾਕਿਸਤਾਨ ਦੇ ਵਿੱਚ। ਜੇ ਨਹੀਂ ਉਹ ਇਹ ਕਰਦੇ ਤਾਂ ਫਿਰ ਜਿੱਥੋਂ ਮਰਜ਼ੀ ਕਿਸਾਨਾਂ ਨੂੰ ਜਿਹੜੀ ਆ ਉਹ ਯੂਰੀਆ ਖਾਦ ਜਿਹੜੀ ਹੈ DAP ਖਾਦ ਉਹ ਮੁਹੱਈਆ ਕਰਵਾਵੇ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਤਰ੍ਹਾਂ ਦੀ ਜਿਹੜੀਆਂ ਕੁਝ ਚੀਜ਼ਾਂ ਨੂੰ ਲੈ ਕੇ ਇਹ ਅੰਦੋਲਨ ਪਾਕਿਸਤਾਨ 'ਚ ਵੀ ਸ਼ੁਰੂ ਹੋ ਗਿਆ, ਹੌਲੀ ਹੌਲੀ ਅੱਗੇ ਵਧੇਗਾ। ਇਹ ਹੁੰਦਾ ਅਸਰ
ਇਹਦੇ ਚ ਮੈਂ ਤੁਹਾਨੂੰ ਦੱਸਦਾ ਪਾਕਿਸਤਾਨ ਤੇ ਭਾਰਤ 'ਚ ਕੋਈ ਫਰਕ ਨਹੀਂ, ਮੈਂ ਅੱਗੇ ਵੀ ਕਿਹਾ। ਪਰ ਪਾਕਿਸਤਾਨ ਛੱਡੋ, ਤੁਸੀਂ ਇਸ ਭਾਰਤ ਦੇ ਅੰਦੋਲਨ ਦਾ ਅਸਰ ਤਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੱਕ ਆ। ਕੱਲੇ ਪੰਜਾਬੀ ਜਾਂ ਭਾਰਤੀ ਭਾਈਚਾਰੇ 'ਚ ਨਹੀਂ ਹੈ, ਉੱਥੋਂ ਦੀ ਕਿਸਾਨੀ ਵੀ ਸੋਚ ਰਹੀ ਹੈ, ਕਿਉਂਕਿ ਇਹਨਾਂ ਮੁਲਕਾਂ ਦੀ ਕਿਸਾਨੀ ਵੀ ਖਤਮ ਹੋ ਚੁੱਕੀ, ਤੁਹਾਨੂੰ ਪਤਾ ਹੈ। ਤੇ ਅਮਰੀਕਾ ਦੇ ਵਿੱਚ ਸਿਰਫ ਜਿਹੜੇ ਛੋਟੇ ਜਾਂ ਦਰਮਿਆਨੇ ਕਿਸਾਨ 1% ਰਹਿ ਗਏ ਆ, ਸਾਰਾ ਕੁਝ ਕੰਪਨੀਆਂ ਲੁੱਟ ਕੇ ਲੈ ਗਈਆਂ। ਸੋ ਬਹੁਤ ਚੀਜ਼ਾਂ ਜਿਹੜੀਆਂ ਆ ਉਹ ਭਾਰਤ ਦੇ ਇਸ ਕਿਸਾਨ ਅੰਦੋਲਨ ਨੇ ਦੁਨੀਆ ਨੂੰ ਦੇਖਣ ਲਈ, ਸੁਣਨ ਲਈ ਤੇ ਉਤੋਂ ਕੁਝ ਨਾ ਕੁਝ ਲੈ ਕੇ ਅੱਗੇ ਚੱਲਣ ਲਈ ਦਿੱਤੀ ਹੈ ਜੀ। 26 ਜਨਵਰੀ ਨੂੰ ਬੜਾ ਕੁਝ ਹੋਇਆ, ਬਹੁਤ ਸਾਰੇ ਨੌਜਵਾਨ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਦੀ ਕਿ ਗਿਣਤੀ ਕਰਨੀ ਵੀ ਮੁਸ਼ਕਲ ਹੈ। ਅੰਕੜੇ ਪੂਰੇ ਨਹੀਂ ਹਨ ਕਿੰਨੇ ਨੌਜਵਾਨ ਗ੍ਰਿਫਤਾਰ ਹੋਏ ਆ, ਆਏ ਦਿਨ ਹੋ ਹੀ ਜਾ ਰਹੇ ਨੇ। ਪਰ ਹੁਣ ਪਤਾ ਲੱਗਾ ਹੈ ਕਿ 5 ਨੌਜਵਾਨਾਂ ਦੀ ਅੱਜ ਤਿਹਾੜ ਜੇਲ੍ਹ ਦੇ ਵਿੱਚੋਂ ਰਿਹਾਈ ਹੋਈ ਹੈ। ਕਾਫੀ ਕਿਸਾਨ ਹੌਲੀ ਹੌਲੀ ਡੇ ਬਾਈ ਡੇ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦੀ ਰਿਹਾਈ ਹੋ ਰਹੀ ਹੈ। ਉਹਦੇ 'ਚ ਦੇਖੋ ਬੜੀ ਸਿਫਤ ਕਰਨੀ ਪਏਗੀ। ਇੱਕ ਤਾਂ ਇਹ ਹੈ ਕਿ ਮੈਂ ਥੋੜੀ ਕਲੈਰਿਟੀ ਨਾਲ ਗੱਲ ਕਰਨੀ ਚਾਹੁੰਦਾ ਹਾਂ। ਜਿਹੜੇ ਲੋਕ ਬਦਨਾਮ ਕਰ ਰਹੇ ਆ ਸੰਯੁਕਤ ਕਿਸਾਨ ਮੋਰਚੇ ਨੂੰ, ਇਹ ਕਹਿ ਕੇ ਕਿ ਇਹ ਜੀ ਨੌਜਵਾਨਾਂ ਦੇ ਪਿੱਛੇ ਨਹੀਂ ਗਏ ਜੀ, ਨੌਜਵਾਨਾਂ ਦਾ ਹਾਲ ਨਹੀਂ ਪੁੱਛਦੇ, ਸਿਰਫ 2 ਬੰਦਿਆਂ ਦਾ ਨਾਂ ਲੈ ਕੇ ਕਹੀ ਜਾਂਦੇ ਆ ਵੀ ਇਹਨਾਂ ਦੀ ਗੱਲ ਨਹੀਂ ਕਰਦੇ। ਉਹਨਾਂ ਦੀ ਗੱਲ ਕਿਉਂ ਕਰਨਗੇ? ਉਹਨਾਂ ਦੀ ਕਿਉਂ ਗੱਲ ਕਰਨਗੇ? ਜਿਨ੍ਹਾਂ ਨੇ ਅੰਦੋਲਨ ਹੀ ਭਟਕਾ ਦਿੱਤਾ, ਜਿਨ੍ਹਾਂ ਨੇ ਅੰਦੋਲਨ ਦੀ ਸਰਕਾਰ ਦੀ ਝੋਲੀ 'ਚ ਪਾ ਦਿੱਤਾ, ਉਹਨਾਂ ਦੀ ਗੱਲ ਸੰਯੁਕਤ ਕਿਸਾਨ ਮੋਰਚਾ ਕਿਉਂ ਕਰੇ? ਨਾਲ ਇਹ ਬਦਨਾਮ ਕੀਤਾ ਗਿਆ ਸੰਯੁਕਤ ਕਿਸਾਨ ਮੋਰਚੇ ਨੂੰ, ਕਿਸਾਨ ਲੀਡਰਾਂ ਨੂੰ, ਵੀ ਇਹ ਜਿਹੜੇ ਲੋਕ ਹੈ, ਇਹ ਜਿਹੜੇ ਕਿਸਾਨ ਨੌਜਵਾਨ ਫੜ ਲਏ ਜਾਂ ਲਾਪਤਾ, ਉਹਨਾਂ ਦੀ ਗੱਲ ਨਹੀਂ ਕਰਦੇ। 150 ਵਕੀਲਾਂ ਦੀ ਫੌਜ ਖੜੀ ਕਰਤੀ ਸੰਯੁਕਤ ਕਿਸਾਨ ਮੋਰਚੇ ਨੇ, ਜਿਹੜੇ ਗ੍ਰਿਫਤਾਰ ਨੌਜਵਾਨ ਕਿਸਾਨ ਨੇ ਉਹਨਾਂ ਦੀ ਰਿਹਾਈ ਲਈ, ਤੇ ਜਿਹੜੇ ਲਾਪਤਾ ਉਹਨਾਂ ਦਾ ਪਤਾ ਕਰਨ ਵਾਸਤੇ ਤੇ ਬਿਨਾਂ ਫੀਸ ਤੋਂ। ਤੇ ਜਿਹੜੇ ਆ ਰਿਹਾ ਹੋਏ ਅੱਜ 9 ਜਾਂ ਇਸ ਤੋਂ ਪਹਿਲਾਂ ਰਿਹਾ ਹੋਏ ਆ, ਉਹਦੇ 'ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਜਿਹੜੀ 150 ਵਕੀਲਾਂ ਦੀ ਫੌਜ ਹੈ, ਬਿਨਾਂ ਪੈਸੇ ਤੋਂ ਉਹਨਾਂ ਦਾ ਵੱਡਾ ਰੋਲ ਹੈ। ਤੇ ਨਾਲ ਦੀ ਨਾਲ ਮੈਂ ਸਿਫਤ ਕਰਨੀ ਚਾਹੁੰਦਾ, ਉਹ ਮਨਜਿੰਦਰ ਸਿੰਘ ਸਿਰਸੇਰੀ ਜੀ, ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਕੁਝ ਹੈ, ਉਹਨੇ ਸਾਥ ਦਿੱਤਾ ਵਿੱਚ। ਦੇਖੋ ਉਹ ਬਿਲਕੁਲ ਪੋਲੀਟੀਕਲੀ ਜਾਂ ਸਿਆਸੀ ਤੌਰ ਦੇ ਉੱਤੇ ਉਹਨੂੰ ਸਟੇਜ ਤੇ ਨਹੀਂ ਬੋਲਣ ਦਿੱਤਾ ਗਿਆ ਅੱਜ ਤੱਕ ਵੀ, ਪਰ ਉਹਨੇ ਪਹਿਲੇ ਦਿਨ ਤੋਂ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ। ਤੇ ਉਹਨੇ ਬਕਾਇਦਾ ਸਿੰਘੂ ਬਾਰਡਰ ਤੇ ਵੀ, ਟਿੱਕਰੀ ਤੇ ਵੀ, ਗਾਜ਼ੀਪੁਰ ਬਾਰਡਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਗਰ ਲੱਗੇ ਹੋਏ ਆ। ਹੈਲਪ ਤਾਂ ਹੈ ਨਾ ਜੀ। ਇਹ ਹੈਲਪ ਜੇ ਕੋਈ ਕਰ ਰਿਹਾ ਹੈ ਤਾਂ ਇਸ ਕਰਕੇ ਵੀ ਨਹੀਂ ਜੀ ਇਹ ਸਿਆਸੀ ਬੰਦਾ ਸਿਆਸੀ ਦਿੱਲੀ ਹੋਊਗਾ, ਉਹਦੀ ਸਿਆਸਤ ਅਸੀਂ ਕਿਸਾਨ ਅੰਦੋਲਨ ਤਾਂ ਨਹੀਂ ਲੈ ਕੇ ਆ ਰਹੇ ਨਾ, ਪਰ ਉਹਨੇ ਇੰਨੀ ਹੈਲਪ ਕੀਤੀ ਹੈ, ਉਹਦੀ ਹੈਲਪ ਹੈ, ਸੰਯੁਕਤ ਕਿਸਾਨ ਮੋਰਚੇ ਦੀ ਹੈ। ਜਿਹੜੇ ਲੋਕਾਂ ਨੇ ਇਹ ਭੜਕਾਇਆ ਸੀ ਨੌਜਵਾਨਾਂ ਨੂੰ, ਉਹ ਕਿੱਥੇ ਆ ਬਈ? ਉਹ ਕਿੱਥੇ ਹੈ? ਉਹਨਾਂ ਨੇ ਕੀ ਨੌਜਵਾਨਾਂ ਦੀ ਰਿਹਾਈ ਲਈ ਕੀਤਾ, ਉਹ ਦੱਸ ਦੇਣ। ਦੋਸ਼ ਲਾਉਂਦੇ ਆ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨਾਂ ਦੇ ਉੱਤੇ, ਲੀਡਰਾਂ ਦੇ ਉੱਤੇ, ਵੀ ਇਹ ਨਹੀਂ ਨੌਜਵਾਨਾਂ ਲਈ ਕੁਝ ਕਰ। ਨੌਜਵਾਨਾਂ ਦੀ ਰਿਹਾਈਆਂ ਹੋਈਆਂ ਕਿੱਦਾਂ? ਇਹ ਆ ਕੇ ਦੀਪ ਸਿੱਧੂ ਦੀ ਟੀਮ ਨੇ ਕਰਾਤੀਆਂ ਜਾਂ ਕਿਸੇ ਹੋਰ ਨੇ ਕਰਾਤੀਆਂ? ਜਾਂ ਜਿਹੜੇ ਉੱਥੇ ਬੈਠੇ ਆ, ਜਿਹੜੇ ਸੁਪਨੇ ਪਾਲ ਕੇ ਬੈਠੇ ਆ ਕਿ ਅਸੀਂ ਝੰਡੇ ਚਲਾ ਦੇਣੇ ਆ ਜਾਂ ਪੰਜਾਬ 'ਚ ਆਹ ਕੁਝ ਕਰ ਦੇਣਾ ਹੈ, ਤੇ 2.5 ਲੱਖ ਦਾ ਦੇਤਾ ਸੱਦਾ ਦੇ ਦਿੱਤਾ ਵੀ $2.5 ਲੱਖ ਦੇਵਾਂਗੇ। ਉਹਨੇ ਤਾਂ ਉਹਨਾਂ ਲੋਕਾਂ ਦੀ ਸਾਰ ਵੀ ਨਹੀਂ ਪੁੱਛੀ ਜਿਹੜੇ ਮੋਗੇ 'ਚ ਜਾ ਕੇ ਝੰਡਾ ਚਲਾ ਕੇ ਫਸੇ ਹੋਏ ਆ, ਟੱਬਰਾਂ ਦੇ ਟੱਬਰ ਫਸੇ ਹੋਏ ਆ, ਉਹਦੀ ਸਾਰ ਲਈ ਕਿਸੇ ਨੇ? ਲੋਕਾਂ ਦੇ ਪੁੱਤ ਮਰਵਾਉਣ ਦੀ ਜਿਹੜੀ ਰਾਜਨੀਤੀ ਹੈ ਨਾ, ਉਹ ਨੰਗੀ ਹੋਣੀ ਚਾਹੀਦੀ ਹੈ। ਇਹ ਜਿਹੜੇ ਲੋਕ, ਜਦਕਿ ਇਹ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਇੱਕ ਟਰੈਕਟਰ ਪਲੇਅਰ ਵਾਲੇ ਦਿਨ ਜਿਹੜਾ ਇੱਕ ਬਕਾਇਦਾ ਮੈਪ ਸੀ, ਉਹਦੀ ਉਲੰਘਣਾ ਕਰਕੇ ਗਏ ਆ ਨੌਜਵਾਨ, ਭਾਵੁਕ ਹੋ ਕੇ ਗਏ ਆ, ਗੁੱਸੇ 'ਚ ਵੀ ਗਏ ਹੋ ਸਕਦੇ ਆ, ਭਟਕਾਏ ਹੋਏ ਵੀ ਹੋ ਸਕਦੇ ਆ, ਪਰ ਉਹਨਾਂ ਨੂੰ ਬਚਾਉਣ ਦੀ ਲੜਾਈ ਤਾਂ ਇਹੀ ਲੜ ਰਹੇ ਆ ਨਾ ਉਹਦੇ ਬਾਵਜੂਦ। ਸੋ ਸਾਰੀਆਂ ਗੱਲਾਂ ਨੂੰ ਏਦਾਂ ਸਮਝਣਾ ਚਾਹੀਦਾ। ਆਉਣ ਵਾਲੇ ਦਿਨਾਂ 'ਚ ਬਾਕੀ ਲੋਕਾਂ ਦੇ ਹਲਫਨਾਮੇ ਵੀ ਜਿਹੜੇ ਦਾਖਲ ਕਰਵਾਏ ਗਏ ਆ ਜੀ, ਕਿਸਾਨ ਮੋਰਚੇ ਨੇ ਬਕਾਇਦਾ ਨੰਬਰ ਦਿੱਤੇ ਆ ਵੀ ਨਾਲ ਸੰਪਰਕ ਕਰੋ, ਦੱਸੋ ਤੁਹਾਡਾ ਬੇਟਾ ਜੇ ਗਾਇਬ ਹੈ ਤਾਂ ਅਸੀਂ ਲੜਦੇ ਆ ਤੁਹਾਡਾ ਕੇਸ, ਲੜ ਰਹੇ ਆ ਕੇਸ। ਸੋ ਇਹ ਸਾਰੀ ਸਿਚੁਏਸ਼ਨ ਜਿਹੜੀ ਹੈ, ਜੋ ਸੋਸ਼ਲ ਮੀਡੀਆ ਦੇ ਉੱਤੇ ਗਲਤ ਕਿਸਮ ਦਾ ਆ ਰਿਹਾ ਹੈ, ਉਹ ਤੋਂ ਬਚਣ ਦੀ ਜ਼ਰੂਰਤ ਹੈ। ਸੱਚੀਆਂ ਜਾਣਕਾਰੀਆਂ ਸਾਡੇ ਤੋਂ ਮਿਲ ਸਕਦੀਆਂ ਤੁਹਾਨੂੰ। ਅਸੀਂ ਕਿਸੇ ਦੇ ਨਾਲ ਨਹੀਂ ਹੈਗੇ, ਅਸੀਂ ਸਿਰਫ ਤੇ ਸਿਰਫ ਇਸ ਲੜਾਈ ਦੇ ਵਿੱਚ ਆਮ ਲੋਕਾਂ ਦੀ ਜਿਹੜੀ ਇਹ ਲੜਾਈ ਹੈ ਉਹਦੇ ਨਾਲ ਹੈ। ਰਾਜਨੀਤਿਕ ਧਿਰ ਜਿਹੜੀ ਸਾਡੀ ਕੋਈ ਨਹੀਂ ਹੈਗੀ। ਅਸੀਂ ਸਿਰਫ ਚਾਹੁੰਦੇ ਹਾਂ ਕਿ ਕਿਸਾਨਾਂ ਦੇ ਅੰਦੋਲਨ ਜੇ ਜਿੱਤੇਗਾ
ਤਾਂ ਕੱਲਾ ਪੰਜਾਬ ਹੀ ਨਹੀਂ, ਦੇਸ਼ ਦਾ ਆਮ ਬੰਦਾ ਵੀ ਬਚੇਗਾ ਜੀ। ਸਾਡੇ ਨਾਲ ਤੁਸੀਂ ਕੋਈ ਵੀ ਸਾਂਝ ਪਾਉਣੀ ਚਾਹੁੰਦੇ ਹੋ 9054584444 905455444 ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਿਆ ਕਰੋ। ਤੁਹਾਡੇ ਮਨ 'ਚ ਕੋਈ ਸਵਾਲ ਹੁੰਦਾ ਹੈ ਆ ਕੇ ਦਸਾਂਝ ਸਾਹਿਬ ਨੂੰ ਕਰ ਸਕਦੇ ਹੋ, ਕਿਉਂਕਿ ਕਈ ਵਾਰੀ ਕੀ ਹੁੰਦਾ ਜਦੋਂ ਅਸੀਂ ਟੀਵੀ ਦੇਖਦੇ ਹਾਂ ਤੇ ਸਾਡੇ ਮਨ 'ਚ ਹੁੰਦਾ ਕਿ ਅਸੀਂ ਕਾਲ ਕਰੀਏ ਕਿ ਨਾ ਕਰੀਏ। ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਜਿਹੜੇ ਸਾਡੇ ਅਸੀਂ ਜੋ ਗੱਲਬਾਤ ਕਰ ਰਹੇ ਹਾਂ ਤੁਸੀਂ ਉਹੀ ਕਰਨੀ ਜੋ ਤੁਹਾਡੇ ਮਨ ਦੇ ਵਿੱਚ ਕਿਸਾਨ ਅੰਦੋਲਨ ਬਾਰੇ ਜਾਂ ਕੁਝ ਹੋਰ ਖਬਰਾਂ ਨੇ ਦੁਨੀਆ ਭਰ ਦੀਆਂ ਉਹਨਾਂ ਦਾ ਕੋਈ ਸਵਾਲ ਹੁੰਦਾ ਤਾਂ ਵੀ ਤੁਸੀਂ ਕਰ ਲਿਆ ਕਰੋ 905455444 90545844444 ਸਵੀਟ ਮੈਲ ਦੀ ਸੋਨ ਅੱਜ ਦਾ ਪ੍ਰੋਗਰਾਮ ਸੁਣਾਉਂਦਾ ਸਵੀਟ ਮੈਲ 416 679 91 ਹੰਬਰਪੁਰ ਤੇ ਰੈਸਟਰ ਬਿਲਕੁਲ ਕੋਨੇ ਤੇ ਸਵੀਟ ਮੈਲ 416 679 9191 ਸਟੀਵਨ ਫਰਨੀਚਰ ਸਟਰੀਟ ਆਮ ਦੇ ਬਿਲਕੁਲ ਕੋਨੇ ਤੇ ਫਰਨੀਚਰ ਲੈਣਾ ਹੈ ਤਾਂ ਤੁਸੀਂ ਇਹ ਕਾਲ ਕਰਕੇ ਫਰਨੀਚਰ ਖਰੀਦ ਸਕਦੇ ਹੋ 905 790 0560। ਜਿਹੜੀ ਲੜਕੀ ਹੈ ਨੌਦੀਪ ਕੌਰ ਉਸ ਦੀ ਵੀ ਰਿਹਾਈ ਹੋ ਗਈ? ਹਾਲੇ ਨਹੀਂ ਜੀ, ਹਾਲੇ ਤਾਂ ਸਿਰਫ ਉਹਨਾਂ ਦਾ ਜਿਹੜਾ ਇੱਕ ਕੇਸ ਜ਼ਮਾਨਤ, ਦੂਜੀ ਚੋਂ ਵੀ ਸ਼ਾਇਦ ਜ਼ਮਾਨਤ ਕੱਲ ਤੱਕ ਪਤਾ ਲੱਗ ਜਾਏਗਾ। ਜ਼ਮਾਨਤ ਹੋਈ ਨਹੀਂ, ਹਾਲੇ ਰਿਹਾਈ ਨਹੀਂ ਹੈ। ਹੋ ਸਕਦਾ ਲੇਟੈਸਟ ਕੋਈ ਨਿਊਜ਼ ਹੋਵੇ, ਮੇਰੇ ਕੋਲ ਨਾ ਹੋਵੇ, ਪਰ ਮੈਨੂੰ ਲੱਗਦਾ ਕਿ ਜਿਹੜੀ ਮੈਂ ਫਾਈਨਲੀ ਹੁਣੇ ਨਿਊਜ਼ ਦੇਖ ਕੇ ਹਟਿਆ ਉਹਦੇ 'ਚ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਹੈ। ਉਹਦੇ 'ਚ ਮੈਂ ਬਿਲਕੁਲ ਤਾਜ਼ੀ ਜਾਣਕਾਰੀ ਦੱਸ ਦਿੰਦਾ ਤੁਹਾਨੂੰ। ਮੇਰੇ ਕੋਲ ਬਿਲਕੁਲ ਤਾਜ਼ੀ ਜਾਣਕਾਰੀ ਆ ਗਈ ਹੈ ਜਿਹੜੀ ਹੁਣ ਤੋਂ ਕੋਈ ਲਗਭਗ 50 ਮਿੰਟ ਪਹਿਲਾਂ ਸਾਡੇ ਕੋਲ ਖਬਰ ਸੀ, ਕਿਉਂਕਿ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਮੈਂ ਨਹੀਂ ਸੀ ਦੇਖ ਸਕਿਆ। ਸੋ ਉਹਦੇ 'ਚ ਇਹ ਹੈ ਵੀ ਜਿਹੜੀ ਨੌਦੀਪ ਕੌਰ ਹੈ ਦੀ ਜ਼ਮਾਨਤ ਬਾਰੇ ਜਿਹੜੀ ਪਟੀਸ਼ਨ ਹੈ ਉੱਥੇ ਸੁਣਵਾਈ ਹੋਣੀ ਹੈ ਬੁੱਧਵਾਰ ਨੂੰ। ਓਕੇ, ਬੁੱਧਵਾਰ ਨੂੰ ਫਾਈਨਲ ਸੁਣਵਾਈ ਉੱਥੇ ਹੋਏਗੀ। ਉਹਨਾਂ ਦੇ ਜਿਹੜੇ ਵਕੀਲ ਨੇ ਅਰਸ਼ਦੀਪ ਚੀਮਾ, ਉਹਨਾਂ ਨੇ ਦੱਸਿਆ ਵੀ ਅੱਜ ਸੁਣਵਾਈ ਹੋਣੀ ਸੀ, ਪਰ ਹਰਿਆਣਾ ਦਾ ਜਿਹੜਾ ਵਕੀਲ ਆ ਉਹਦੀ ਰਿਕੁਐਸਟ ਦੇ ਉੱਤੇ ਜਸਟਿਸ ਜਿਹੜੇ ਨੇ ਜੱਜ ਸਾਹਿਬ ਉਹਨਾਂ ਨੇ ਕਿਹਾ ਵੀ 24 ਫਰਵਰੀ ਨੂੰ ਆਪਾਂ ਇੱਥੇ ਸੁਣਵਾਈ ਕਰਾਂਗੇ। ਸੋ ਅਦਾਲਤ ਹੁਣ ਜ਼ਮਾਨਤ ਦੇ ਨਾਲ ਨਾਲ ਜਿਹੜੀ ਗੈਰ ਕਾਨੂੰਨੀ ਹਿਰਾਸਤ ਦਾ ਜਿਹੜਾ ਮਾਮਲਾ ਹੈ ਨੌਦੀਪ ਕੌਰ ਦਾ, ਉੱਤੇ ਵੀ ਬੁੱਧਵਾਰ ਨੂੰ ਵੀ ਸੁਣਵਾਈ ਕਰੇਗੀ ਜੀ। ਇੱਕ ਪਾਸੇ ਤਾਂ ਰਿਹਾਈ ਹੋ ਰਹੀ ਆ, ਦੂਸਰੇ ਪਾਸੇ ਇੱਕ ਹੋਰ ਨੌਜਵਾਨ ਗ੍ਰਿਫਤਾਰ ਕੀਤਾ ਗਿਆ। ਦੇਖੋ, ਨੌਜਵਾਨ ਜਿਹੜਾ ਗ੍ਰਿਫਤਾਰ ਕੀਤਾ ਗਿਆ, ਜੋ ਸਾਡੇ ਕੋਲ ਜਾਣਕਾਰੀ ਹੈ ਉਹ ਇਹ ਹੈ ਜੋ ਪੁਲਿਸ ਦਾਅਵਾ ਕਰ ਰਹੀ ਹੈ। ਪੁਲਿਸ ਦਾ ਦਾਅਵਾ ਇਹ ਹੈ ਵੀ ਲਾਲ ਕਿਲੇ ਤੇ ਜੋ ਕੁਝ ਹੋਇਆ 26 ਜਨਵਰੀ ਨੂੰ, ਉੱਥੇ ਜਿਹੜਾ ਲਾਲ ਕਿਲੇ ਦਾ ਗੁੰਬਦ ਹੈ ਉੱਥੇ ਇੱਕ ਨੌਜਵਾਨ ਚੜ ਗਿਆ ਸੀ, ਉਹਦਾ ਨਾਮ ਜਸਪ੍ਰੀਤ ਸਿੰਘ, ਦਿੱਲੀ ਦਾ ਰਹਿਣ ਵਾਲਾ ਹੈ ਜੀ, ਤੇ ਉਹ ਗੁੰਬਦ ਤੇ ਚੜਨ ਦਾ ਉੱਤੇ ਇਲਜ਼ਾਮ ਹੈ ਤੇ ਉਹਦੇ ਕੋਲ ਸਟੀਲ ਦੀ ਰੋਡ ਵੀ ਸੀ, ਉਹਦੀ ਫੋਟੋ ਵੀ ਜਾਰੀ ਕੀਤੀ ਗਈ ਹੈ ਤੇ ਉਹਦੇ 'ਚ ਇਹ ਕਿਹਾ ਗਿਆ ਕਿ ਉਹਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਬਾਕੀ ਡਿਟੇਲਸ ਆਉਣਗੀਆਂ ਵੀ ਹਾਂ ਵੀ ਉਹਦੇ ਤੇ ਕੀ ਹੋਰ ਚੀਜ਼ਾਂ ਪਾਈਆਂ ਗਈਆਂ ਨੇ ਤੇ ਉਹਦੀ ਵੀ ਰਿਹਾਈ ਵਾਸਤੇ ਲਾਜ਼ਮੀ ਤੌਰ ਦੇ ਉੱਤੇ ਕੋਸ਼ਿਸ਼ ਰਹੇਗੀ ਵੀ ਕੋਈ ਭਾਵੁਕ ਹੋ ਕੇ ਉੱਥੇ ਚਲਾ ਗਿਆ, ਉਹਨੇ ਕੋਈ ਵਾਇਲੈਂਸ ਤਾਂ ਕੀਤੀ ਨਹੀਂ, ਉਹ ਭਾਵੁਕ ਹੋ ਕੇ ਚਲਾ ਗਿਆ ਜਾਂ ਜੋ ਵੀ ਕਹਿ ਸਕਦੇ ਆ ਵੀ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਸੀ ਉਹ ਲਾਲ ਕਿਲੇ ਦੀ ਗੁੰਬਦ ਤੇ ਚੜ ਗਿਆ, ਉਹਨੇ ਕੋਈ ਤਿਰੰਗੇ ਦੀ ਬੇਅਦਬੀ ਨਹੀਂ ਕੀਤੀ ਤੇ ਸਿਰਫ ਗੁੰਬਦ ਤੇ ਚੜਿਆ ਸੀ ਜੋ ਦੱਸਿਆ ਜਾ ਰਿਹਾ ਹੈ। ਪਰ ਉਹਦੇ ਕੋਲ ਇੱਕ ਸਟੀਲ ਦੀ ਰੋਡ ਸੀ, ਜੋ ਸਟੀਲ ਦੀ ਰੋਡ ਘੁਮਾ ਰਿਹਾ ਸੀ, ਇਹ ਪੁਲਿਸ ਕਹਿ ਰਹੀ ਹੈ, ਮੈਂ ਉਹ ਵੀਡੀਓ ਨਹੀਂ ਦੇਖੀ। ਤੇ ਇਹਨੂੰ ਚੈਲੰਜ ਕੀਤਾ ਜਾਏਗਾ ਲਾਜ਼ਮੀ ਤੌਰ ਤੇ। ਸਾਡੇ ਜਿਹੜੇ ਬੱਚੇ ਆ, ਸਾਡੇ ਬੱਚੇ ਆ, ਚਾਹੇ ਗਲਤੀ ਨਾਲ ਚੱਲ ਗਏ ਚਾਹੇ ਭਾਵੁਕ ਹੋ ਕੇ ਚੱਲ ਗਏ, ਇਹਨਾਂ ਦੀ ਰਿਹਾਈ ਵਾਸਤੇ ਲਾਜ਼ਮੀ ਤੌਰ ਤੇ ਕੋਸ਼ਿਸ਼ ਹੋਏਗੀ। ਕਿਸਾਨ ਸਾਹਿਬ, ਸੋਸ਼ਲ ਮੀਡੀਆ ਦਾ ਸਮਾਂ ਹੈ, ਹਰ ਇੱਕ ਵਿਅਕਤੀ ਜਿੱਥੇ ਦੇਖਦਾ ਹੈ ਬੈਠ ਕੇ ਵੀਡੀਓ ਪਾਉਂਦਾ ਰਹਿੰਦਾ। ਹੁਣ ਲੱਖੇ ਸਿਧਾਣੇ ਨੇ ਇੱਕ ਪੋਸਟ ਪਾਈ ਆਪਣੀ ਬਈ ਪਹਿਲਾਂ ਤੁਸੀਂ ਬੜੇ ਬਦਾਮ ਖਾ ਲਏ, ਆ ਕੇ ਬੜੇ ਪਰੌਠੇ ਖਾ ਲਏ, ਬੜਾ ਕੁਛ ਇੱਥੇ ਖਾ ਲਿਆ ਕਿ ਦਿੱਲੀ ਅਸੀਂ ਅੰਦੋਲਨ ਤੇ ਚੱਲੇ ਹਾਂ ਤਾਂ ਖਾ ਪੀ ਕੇ ਘਰ ਨੂੰ ਫਿਰ ਵਾਪਸ ਚਲੇ ਗਏ। ਉਹਨੇ ਕਿਹਾ ਵੀ ਹੁਣ ਸਮਾਂ ਆਇਆ ਹੈ ਸੰਘਰਸ਼ ਦਾ, ਹੁਣ ਚੱਲੇਗਾ ਸੰਘਰਸ਼, ਹੁਣ ਜਿਹਨੇ ਆਉਣਾ ਆਓ, ਫਿਰ ਪਤਾ ਲੱਗੂਗਾ। ਕਹਿੰਦੇ ਕਿ ਇੱਦਾਂ ਵੀ ਕਿਹਾ ਗਿਆ ਕਿ ਕੁੰਡੀਆਂ ਸਿੰਘ ਫਸ ਗਏ, ਕੋਈ ਨਿੱਤਰੂ ਬੜੇਵੇਂ ਖਾਣੀ। ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਦੇਖੋ, ਗੱਲ ਇਹ ਹੈ, ਮੈਂ ਤੁਹਾਨੂੰ ਦੱਸਦਾ ਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ ਨੂੰ ਥੋੜਾ ਵੱਖਰਾ ਕਰਕੇ ਦੇਖਣ ਦੀ ਜ਼ਰੂਰਤ ਹੈ। ਦੀਪ ਸਿੱਧੂ ਪੂਰੀ ਤਰ੍ਹਾਂ ਐਕਸਪੋਜ਼ ਹੋ ਗਿਆ ਜੀ, ਦੀਪ ਸਿੱਧੂ ਪੂਰੀ ਤਰ੍ਹਾਂ ਐਕਸਪੋਜ਼ ਹੋ ਗਿਆ ਵੀ 26 ਜਨਵਰੀ ਨੂੰ ਜੋ ਕੁਝ ਉਹਦੀ ਐਕਟੀਵਿਟੀਜ਼ ਰਹੀਆਂ ਉਹ ਬਿਲਕੁਲ ਸਰਕਾਰ ਜੋ ਚਾਹੁੰਦੀ ਸੀ ਲਗਭਗ ਉਹੀ ਕੁਝ ਹੋਇਆ। ਮੈਂ ਨਹੀਂ ਕਹਿੰਦਾ ਕਿ ਉਹ ਬਿਲਕੁਲ ਸਰਕਾਰ ਨਾਲ ਰਲ ਕੇ ਹੋਇਆ, ਚਾਹੇ ਉਹ ਚੇਤ ਹੀ ਉਹਨੇ ਕੀਤਾ, ਪਰ ਉਹ ਸਰਕਾਰ ਦੇ ਪੱਖ 'ਚ ਭੁਗਤਿਆ। ਅੰਦੋਲਨ ਆਪਣਾ ਫੇਲ ਹੋ ਗਿਆ ਸੀ, ਲੱਗਦਾ ਸੀ ਵੀ ਇਹ ਤੰਬੂ ਉਖੜ ਜਾਣੇ ਆ, ਪਰ ਸਾਂਭਿਆ ਗਿਆ ਅੰਦੋਲਨ। ਵੱਖਰੀ ਗੱਲ, ਬੜੀ ਮੁਸ਼ਕਿਲ ਨਾਲ ਕਿਸਾਨਾਂ ਦੀ ਲੀਡਰਸ਼ਿਪ ਨੇ ਅੰਦੋਲਨ ਨੂੰ ਸਾਂਭਿਆ। ਲੱਖਾ ਸਿਧਾਣਾ ਜਿਹੜਾ ਆ ਉਹਦੀ ਥੋੜੀ ਜਿਹੀ ਜਿਹੜੀ ਦੀਪ ਸਿੱਧੂ ਦੀ ਗੇਮ ਹੈ ਤੇ ਆਪਾਂ ਆਉਣ ਵਾਲੇ ਦਿਨਾਂ 'ਚ ਗੱਲ ਕਰਾਂਗੇ ਉਹ ਚਾਹੁੰਦਾ ਕੀ ਸੀ, ਕਦੋਂ ਦੀ ਉਹ ਚਾਹਤ ਪੂਰੀ ਹੋਈ ਕਿ ਨਹੀਂ ਹੋਈ, ਹੋ ਸਕਦੀ ਹੈ ਜੇ ਨਹੀਂ ਹੋਈ, ਪੋਲੀਟੀਕਲੀ ਉਹਦੇ ਕੀ ਡ੍ਰੀਮ ਸੀਗੇ, ਉਹ ਆਪਾਂ ਇੱਥੇ ਗੱਲ ਕਰਾਂਗੇ ਸਪੈਸ਼ਲੀ ਕਿਸੇ ਦਿਨ। ਪਰ ਜਿਹੜਾ ਲੱਖਾ ਸਿਧਾਣਾ
ਛੋਟੀ ਜਿਹੀ ਹੈ ਵੀ ਕਿਵੇਂ ਇੰਨੀ ਕੀ ਹੈ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ MLA ਬਣ ਜਾ। ਉਹ ਯਤਨ ਕੀਤੇ ਉਹਨੇ ਤੇ ਉਹਦੇ ਤੋਂ ਗਲਤੀਆਂ ਹੋਈਆਂ, ਕਈ ਵਾਰੀ ਮਾਫੀ ਮੰਗੀ ਸਟੇਜ ਤੋਂ ਵੀ, ਉਹਨੇ ਕਈ ਵਾਰੀ ਕੁਝ ਗਲਤ ਗੱਲਾਂ ਕਹੀਆਂ। ਬਾਅਦ ਚ ਕਿਸਾਨਾਂ ਦੇ ਨਾਲ ਬੈਠ ਕੇ ਤੈਅ ਵੀ ਹੋਇਆ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਕਰਾਂਗੇ। ਪਰ ਬਾਅਦ ਵਿੱਚ ਫਿਰ ਜੇ ਤੁਸੀਂ 25 ਜਨਵਰੀ ਵਾਲੀ ਵੀਡੀਓ ਦੇਖੋ ਲੱਖੇ ਸਿਧਾਣੀ ਦੀ, ਜਾ ਕੇ ਉਹਨੇ ਰਿੰਗ ਰੋਡ ਤੇ ਜਾਣ ਦੀ ਹੀ ਗੱਲ ਕਹੀ, ਨਾਲੇ ਕਿਹਾ ਕਿ ਜਿਹੜੀ ਪੰਧੇਰ ਤੇ ਪੰਨੂ ਵਾਲੀ ਜਿਹੜੀ ਸਟੇਜ ਹੈ ਉੱਥੇ ਗੱਲਾਂ ਹੋ ਰਹੀਆਂ, ਰਿੰਗ ਰੋਡ ਜਾਣਾ ਉਹ ਜਾਣਗੇ, ਅਸੀਂ ਉਹਦੇ ਪਿੱਛੇ ਚੱਲਾਂਗੇ, ਰਿੰਗ ਰੋਡ ਤੇ ਚੱਲਾਂਗੇ। ਇਹ ਸਾਰੀਆਂ ਗੱਲਾਂ ਕਹੀਆਂ। ਹੁਣ ਜਿਹੜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੈ ਇਹ ਨਾ ਵੀ ਆਪਾਂ ਕਰੀਏ ਤੇ ਜਿਹੜੀ ਕੱਲ ਨੂੰ ਉਹਨੇ ਇੱਕ ਮਹਿਰਾਜ ਪਿੰਡ ਦੇ ਵਿੱਚ ਬਠਿੰਡੇ 23 ਤਰੀਕ ਨੂੰ ਰੈਲੀ ਕਾਲ ਕੀਤੀ ਹੋਈ ਹੈ ਵੀ ਆਓ ਉੱਥੇ ਆਪਾਂ ਰੈਲੀ ਕਰੀਏ। ਦਾਅਵਾ ਇਹ ਕਰ ਰਿਹਾ ਕਿ ਆਪਾਂ ਦਿੱਲੀ ਜਾਣਾ ਹੈ, ਦਿੱਲੀ ਦਾ ਮੋਰਚਾ ਮਜ਼ਬੂਤ ਕਰਨਾ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਉਹ ਪੈਰਲਲ ਅਸਲ ਦੇ ਵਿੱਚ ਜਿੱਦਾਂ ਦੀਪ ਸਿੱਧੂ ਦੇ ਪੈਰਲਲ ਸ਼ੰਭੂ ਮੋਰਚੇ ਤੋਂ ਸ਼ੁਰੂ ਕੀਤਾ ਸੀ, ਕਿਸਾਨ ਲੀਡਰਸ਼ਿਪ ਦੇ ਪੈਰਲਲ ਇੱਕ ਆਪਣਾ ਉਭਾਰ ਉਹ ਚਾਹੁੰਦਾ ਸੀ। ਐਡੇ ਲੱਖਾ ਸਿਧਾਣਾ ਜਿਹੜਾ ਆ ਹੁਣ ਇੱਕ ਵੱਖਰਾ ਇੱਕ ਨੌਜਵਾਨੀ ਦੇ ਨਾਂ ਦੇ ਉੱਤੇ ਵੀ ਨੌਜਵਾਨ ਜਿਹੜੇ ਆ ਉਹ ਕੁਝ ਏਦਾਂ ਦਾ ਚਾਹੁੰਦੇ ਆ, ਉਹ ਪੈਰਲਲ ਆਪਣੇ ਆਪ ਨੂੰ ਉਭਾਰਨਾ ਚਾਹੁੰਦਾ ਹੈ। ਬਾਕੀ ਕੱਲ ਦੇਖਾਂਗੇ ਮਹਿਰਾਜ ਪਿੰਡ ਚ ਕਿੱਦਾਂ ਇਕੱਠ ਹੁੰਦਾ। ਕੱਲ ਹੁਣ ਜਿਹੜਾ ਇਕੱਠ ਹੋਇਆ ਉੱਥੇ ਬਰਨਾਲੇ ਚ 2.5 ਲੱਖ ਸੀ। ਲੱਖੀ ਸਿਧਾਣੇ ਦੇ ਨਾਂ ਦੇ ਉੱਤੇ ਉਹਨੇ ਜਿਹੜਾ ਆਨਲਾਈਨ ਹੋ ਕੇ ਲਾਈਵ ਹੋ ਕੇ ਸੱਦਾ ਦਿੱਤਾ ਵੀ ਮਹਿਰਾਜ ਪਿੰਡ ਆਓ। ਉਹ ਮਹਿਰਾਜ ਪਿੰਡ ਚ ਕਿੰਨਾ ਇਕੱਠ ਹੁੰਦਾ ਤੇ ਕਿਹੜੇ ਲੋਕ ਉਹਦੀ ਸਪੋਰਟ ਕਰ ਰਹੇ ਆ। ਜਿਹੜੀ ਅੰਦਰੂਨੀ ਗੱਲਾਂ ਨੇ ਨਾ ਉਹ ਦੇਖਣ ਸਮਝਣ ਵਾਲੀਆਂ। ਉਹਦੇ ਚ ਕੋਈ ਪੋਲੀਟੀਕਲ ਲੀਡਰ ਨੇ ਜਿਹੜੇ ਅੰਦਰ ਖਾਤੇ ਲੱਖੇ ਸਿਧਾਣੇ ਨੂੰ ਸਪੋਰਟ ਕਰ ਰਹੇ ਨੇ, ਜਿਹੜੇ ਚਾਹੁੰਦੇ ਆ ਕਿ ਕਿਸਾਨ ਐਜੀਟੇਸ਼ਨ ਜਿਹੜੀ ਕਿਸਾਨ ਲੀਡਰਸ਼ਿਪ ਦੀ ਅਗਵਾਈ ਚੱਲ ਰਹੀ ਉਹਦੇ ਪੈਰਲਲ ਇੱਕ ਹੋਰ ਸੈਂਟਰ ਉਭਰੇ। ਉਹ ਸੈਂਟਰ ਉਭਾਰਨਾ ਕਾਹਦੇ ਲਈ ਹੈ? ਉਭਾਰਨਾ ਆਪਣੀ ਪੋਲਿਟਿਕਸ ਜਿਹੜੀ ਹੈ ਉਹਨੂੰ ਸੈੱਟ ਕਰਨ ਵਾਸਤੇ। ਉਹ ਪੋਲਿਟਿਕਸ ਕੀ ਹੈ ਇਹ ਆਉਣ ਵਾਲੇ ਦਿਨਾਂ 'ਚ ਉਹ ਵੀ ਐਕਸਪੋਜ਼ ਹੋ ਜਾਏਗੀ ਜਿੱਦਾਂ ਦੀਪ ਸਿੱਧੂ ਐਕਸਪੋਜ਼ ਹੋਇਆ ਜੀ। ਤੁਹਾਨੂੰ ਲੱਗਦਾ ਨਹੀਂ ਹੈ ਕਿ ਜੇ ਆਪਾਂ 3 ਮਹੀਨੇ ਪਿੱਛੇ ਝਾਤ ਮਾਰਦੇ ਹਾਂ, ਜੋ ਜੋਸ਼ ਲੋਕਾਂ ਦੇ ਵਿੱਚ ਪਹਿਲਾਂ ਸੀ ਅੰਦੋਲਨ ਪ੍ਰਤੀ, ਉਹਨਾਂ ਜੋਸ਼ ਹੁਣ ਨਹੀਂ ਰਿਹਾ, ਧੜੇ ਬਹੁਤ ਬਣ ਗਏ, ਕੀ ਕੁਛ ਬਣ ਗਿਆ? ਤੁਹਾਨੂੰ ਲੱਗਦਾ ਨਹੀਂ ਕਿ ਪਹਿਲਾਂ ਵਾਲੀ ਗੱਲ ਨਹੀਂ ਹੈ? ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਗੱਲਾਂ ਦਾ ਅੰਦੋਲਨ ਦੇ ਉੱਤੇ ਬਹੁਤ ਮਾੜਾ ਅਸਰ ਪੈ ਸਕਦਾ। ਮੋਹਨ ਜੀ ਮੈਨੂੰ ਇੱਕ ਗੱਲ ਦਾ ਜਵਾਬ ਦੇਣ ਸਾਡੇ ਸੁਣਨ ਵਾਲੇ ਵੀ ਦੇਖਣ ਵਾਲੇ ਵੀ ਉਹ ਜੋਸ਼ ਨਹੀਂ ਹੈ ਕਿੱਦਾਂ ਕਹਿ ਸਕਦੇ ਆਪਾਂ। 2 ਦਿਨ ਦੇ ਨੋਟਿਸ ਦੇ ਉੱਤੇ 2.5 ਲੱਖ ਬੰਦਾ ਬਰਨਾਲੇ 'ਚ ਇਕੱਠਾ ਹੋ ਜਾਂਦਾ। 2.5 ਲੱਖ ਜੇ ਅੱਧੀ ਗਿਣਤੀ ਨੌਜਵਾਨਾਂ ਤੇ ਔਰਤਾਂ ਦੀ ਹੁੰਦੀ ਹੈ। ਜੋਸ਼ ਕਿਉਂ ਨਹੀਂ ਹੈਗਾ? ਤੁਸੀਂ ਮਾਰ ਲਓ ਜਿਹੜਾ ਬੰਦਾ ਸਵਾਲ ਕਰਦਾ ਨਾ ਵੀ ਜੋਸ਼ ਹੈ ਨਹੀਂ, ਉਹ ਆ ਜਾਓ ਨਾ, ਆ ਜਾਓ। ਟਿਕਰੀ ਬਾਰਡਰ ਵੀ ਆ ਜਾਵੇ, ਗਾਜ਼ੀਪੁਰ ਵੀ ਆ ਜਾਵੇ, ਉਹ ਬੰਦਾ ਇੱਥੇ ਵੀ ਆ ਜਾਵੇ, ਸਿੰਘੂ ਵੀ, ਪਤਾ ਲੱਗ ਜਾਊਗਾ ਕਿੰਨਾ ਜੋਸ਼ ਹੈ ਕਿ ਨਹੀਂ ਹੈ। ਤੇ ਫਜ਼ੂਲ ਦੀਆਂ ਗੱਲਾਂ, ਬਹੁਤ ਹੀ ਫਜ਼ੂਲ ਦੀਆਂ ਗੱਲਾਂ। 2.5 ਲੱਖ ਬੰਦਾ ਇੱਕ ਦਿਨ ਦੇ ਨੋਟਿਸ ਦੇ ਉੱਤੇ ਜਗਰਾਉਂ 'ਚ 1 ਲੱਖ ਬੰਦਾ ਇਕੱਠਾ ਹੋ ਜਾਣਾ, ਜਦ ਕਿ ਲੱਖਾਂ ਬੰਦਾ ਬਾਰਡਰ ਤੇ ਬੈਠਾ। ਕਿੱਥੋਂ ਆ ਰਿਹਾ ਬੰਦਾ ਇਹ? ਮਤਲਬ ਇਹਦਾ ਕੋਈ ਜਵਾਬ ਹੈ? ਮਤਲਬ ਤਰੇੜੀਆਂ ਛੁੱਟੀਆਂ ਪਈਆਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ, ਨਰਿੰਦਰ ਮੋਦੀ ਦੀ ਸਰਕਾਰ ਨੂੰ, ਤਰੇੜੀਆਂ ਛੁੱਟੀਆਂ ਪਈਆਂ। ਸਮਝ ਨਹੀਂ ਆ ਰਹੀ ਨਿਕਲੀਏ ਕਿੱਥੋਂ ਇਹਦੇ ਚੋਂ। ਧੌੜ ਫਸੀ ਹੋਈ ਹੈ ਉਹਨਾਂ ਦੀ। ਇਹ ਸਾਰੇ ਕੁਝ ਨੂੰ ਜਿਹੜਾ ਇੱਕ ਨੈਰੇਟਿਵ ਜਿਹੜਾ ਹੈ ਨਾ ਉਹ ਸਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਖਾਸ ਤੌਰ ਤੇ ਅੰਦੋਲਨ ਦੇ ਖਿਲਾਫ। ਉਹ ਪੂਰੀ ਦਾ ਪੂਰਾ ਇੱਕ ਭਾਰਤੀ ਜਨਤਾ ਪਾਰਟੀ ਦਾ IT ਸੈੱਲ ਤੇ ਉਹ ਲੋਕ ਜਿਨ੍ਹਾਂ ਨੇ ਹਰ ਅੰਦੋਲਨ ਦੇ ਵਿੱਚ ਆ ਕੇ ਉਹ ਜਿਹੜਾ ਪੰਜਾਬੀ ਵਾਲਾ ਕਹਾਵਤ ਹੈ ਨਾ ਵੀ ਟੈਂਟ 'ਚ ਕਾਨਾ ਪਾਉਣਾ ਹੁੰਦਾ ਦੁਕਾਨਦਾਰ ਚਲਾਉਣ ਲਈ, ਉਹਨਾਂ ਦੇ ਕੰਮ। ਅੰਦੋਲਨ ਬਹੁਤ ਸਿਰੇ ਦਾ ਚੱਲ ਰਿਹਾ ਤੇ ਬਹੁਤ ਵੱਡਾ ਚੱਲ ਰਿਹਾ ਜੀ। ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਯੂਪੀ ਦੇ ਵਿੱਚ ਜੋ ਕੁਝ ਹੋ ਰਿਹਾ। ਯੂਪੀ 'ਚ ਸੋਚ ਸਕਦੇ ਸੀ ਜਿੱਥੇ 90% ਸੀਟਾਂ ਬੀਜੇਪੀ ਦੀਆਂ ਜਿੱਤੀਆਂ ਹੋਣ, ਜਿੱਥੇ ਬੀਜੇਪੀ ਨੇ 90% ਸੀਟਾਂ ਜਿੱਤੀਆਂ ਹੋਣ, ਵੀ ਉਹਦੇ ਖਿਲਾਫ ਕੋਈ ਬੋਲ ਸਕਦਾ ਉੱਥੇ ਯੂਪੀ ਦੇ ਵਿੱਚ ਯੋਗੀ ਦੇ ਖਿਲਾਫ ਜਾਂ ਮੋਦੀ ਦੇ ਖਿਲਾਫ? ਉੱਥੇ ਮੰਤਰੀ ਨੂੰ ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾ ਰਿਹਾ ਬੀਜੇਪੀ ਵਾਲੇ ਨੂੰ। ਇਸ ਤੋਂ ਬਾਅਦ ਹੋਰ ਕੀ ਤੁਹਾਡੇ ਸਾਹਮਣੇ ਕੀ ਸਬੂਤ ਦੇਈਏ ਅਸੀਂ, ਦੱਸੋ? ਮਤਲਬ ਇਹ ਜੋ ਕੁਝ ਵੀ ਹੋ ਰਿਹਾ ਨਾ, ਭਾਰਤੀ ਜਨਤਾ ਪਾਰਟੀ ਦੇ 4000 ਬੰਦੇ ਹਾਇਰ ਕੀਤੇ ਆ, ਜਿਨ੍ਹਾਂ ਨੇ ਘੱਟੋ ਘੱਟ 20,000 ਜਾਲੀ IDs ਬਣਾਈਆਂ। ਉਹਨਾਂ ਦਾ ਕੰਮ ਇਹੀ ਹੈ, ਲੋ ਜੀ ਕਿਸਾਨਾਂ 'ਚ ਜੋਸ਼ ਨਹੀਂ ਰਿਹਾ, ਕਿਸਾਨਾਂ ਦੇ ਤੰਬੂ ਖਾਲੀ ਹੋ ਗਏ, ਫਲਾਨਾ ਹੋ ਗਿਆ ਫਲਾਨਾ ਹੋ ਗਿਆ। ਫਿਜ਼ੀਕਲੀ ਆਓ, ਆ ਕੇ ਦੇਖ ਲਓ, ਪਤਾ ਲੱਗ ਜਾਏਗਾ। ਕਿਸਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਦੇ ਪ੍ਰੋਗਰਾਮ 'ਚ ਆਪਾਂ ਪਗੜੀ ਸੰਭਾਲ ਜੱਟਾ ਅੰਦੋਲਨ 1907 ਵਿੱਚ ਚੱਲਿਆ ਸੀ, ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਹੁਣੀ
ਸਾਰੀ ਉਮਰ ਉਸ ਅੰਦੋਲਨ ਲਈ 38 ਸਾਲ ਉਸ ਅੰਦੋਲਨ ਲਈ ਲਾ ਦਿੱਤੇ। ਉਸ ਦੀ ਆਪਾਂ ਗੱਲਬਾਤ ਕਰਾਂਗੇ ਕੱਲ੍ਹ ਦੇ ਪ੍ਰੋਗਰਾਮ ਵਿੱਚ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਆਪਣਾ ਧਿਆਨ ਰੱਖੋ, ਦੂਜਿਆਂ ਦਾ ਧਿਆਨ ਰੱਖੋ। ਸ਼ੁਕਰੀਆ।